ਨਵਜੋਤ ਸਿੱਧੂ ਤੇ ਏਜੀ ਵਿਚਾਲੇ ਜੰਗ ਜਾਰੀ। ਬੇਅਦਬੀ ਅਤੇ ਨਸ਼ੇ ਦੇ ਮੁੱਦੇ ਉੱਤੇ ਸਿੱਧੂ ਨੇ ਏਜੀ ਤੇ ਕੀਤੇ ਕਈ ਤਾਬੜਤੋੜ ਹਮਲੇ। ਇਸ਼ਾਰਿਆਂ ਵਿੱਚ ਸੀਐਮ ਚੰਨੀ ਨੂੰ ਵਿਕੇਰਿਆ। ਪੰਜਾਬ ਕੈਬਨਿਟ ਦੀ ਅਹਿਮ ਬੈਠਕ ਜਾਰੀ। ਪੈਟਰੋਲ ਡੀਜ਼ਲ ਤੇ ਵੈਟ ਘਟਾਉਣ ਦਾ ਫੈਸਲਾ ਲੈ ਸਕਦੀ ਹੈ ਸਰਕਾਰ। ਕੱਚੇ ਮੁਲਾਜ਼ਮਾਂ ਨੂੰ ਵੀ ਮਿਲ ਸਕਦਾ ਹੈ ਪੱਕੀ ਨੌਕਰੀ ਦਾ ਤੋਹਫਾ। ਬਿਜਲੀ ਸਮਝੌਤਿਆਂ ਤੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ। ਟ੍ਰਿਬਿਊਨਲ ਨੇ 4 PPA ਰੱਦ ਕਰਨ ਦੇ ਫੈਸਲੇ ਤੇ ਲਗਾਈ ਰੋਕ। ਸਰਕਾਰ ਨੇ ਮਹਿੰਗੀ ਬਿਜਲੀ ਦਾ ਹਵਾਲਾ ਦਿੰਦਿਆਂ ਭੇਜਿਆ ਸੀ ਟਰਮੀਨੇਸ਼ਨ ਨੋਟਿਸ। ਆਗਾਮੀ ਚੋਣਾਂ ਨੂੰ ਲੈ ਕੇ ਬੀਜੇਪੀ ਦਾ ਮਹਾਮੰਤਰ ਜਾਰੀ। ਪੀਐਮ ਮੋਦੀ, ਸ਼ਾਹ ਸਣੇ ਤਮਾਮ ਦਿਗਗਜ ਕਾਰਜਕਾਰਨੀ ਬੈਠਕ ਵਿੱਚ ਮੌਜੂਦ। ਪੰਜਾਬ ਬੀਜੇਪੀ ਦੇ ਆਗੂ ਵੀ ਵਰਚੁਅਲ ਤਰੀਕੇ ਨਾਲ ਬੈਠਕ ਵਿੱਚ ਸ਼ਾਮਲ। ਭਾਰਤ ਪਾਕਿਸਤਾਨ ਸਰਹੱਦ ਨੇੜੇ ਮੁੜ ਨਜ਼ਰ ਆਇਆ ਡਰੋਨ। ਤਰਨਤਾਰਨ ਦੇ ਪਿੰਡ ਖਾਲੜਾ ਨੇੜੇ ਦਿਖੀ ਡਰੋਨ ਦੀ ਹਲਚਲ। BSF ਨੇ ਇਲਾਕੇ ਵਿੱਚ ਚਲਾਇਆ ਸਰਚ ਆਪਰੇਸ਼ਨ। ਅੰਮ੍ਰਿਤਸਰ ਵਿੱਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ। ਅਸਮਾਨ ਤੱਕ ਉੱਠਿਆ ਧੂਏ ਦਾ ਗੁਬਾਰ। ਗਰੀਬਾਂ ਦੇ ਆਸ਼ਿਆਨੇ ਹੋਏ ਬਰਬਾਦ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਇੱਕ ਵਾਰ ਫਿਰ ਤੋਂ ਨਿਊਜ਼ 18 ਪੰਜਾਬ ਹਰਿਆਣਾ ਮਾਸੂਲ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਹਾਂ ਤੁਹਾਡੇ ਨਾਲ ਭੁੱਲਰਜੀਤ ਸਿੰਘ। ਦੇ ਬੁਲਟਨ ਤੋਂ ਪਹਿਲਾਂ ਅਸੀਂ ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕਿ ਏਜੀ ਦੇ ਬਹਾਨੇ ਸਿੱਧੂ ਨੇ ਮੁੱਖ ਮੰਤਰੀ ਚੰਨੀ ਦੇ ਉੱਪਰ ਵੱਡਾ ਹਮਲਾ ਬੋਲਿਆ। ਏਜੀ ਦਿਓਲ ਕਿਸ ਦੇ ਹਿੱਤਾਂ ਦੇ ਲਈ ਕੰਮ ਕਰ ਰਹੇ ਹਨ, ਇਸ ਗੱਲ ਦਾ ਵੀ ਸਵਾਲ ਖੜਾ ਕੀਤਾ ਨਵਜੋਤ ਸਿੰਘ ਸਿੱਧੂ ਨੇ ਟਵੀਟ ਰਾਹੀਂ। ਔਰ ਨਾਲ ਹੀ ਜ਼ਿਕਰ ਕੀਤਾ ਕਿ ਕੀ ਏਜੀ ਅਹੁਦਾ ਦੇਣ ਵਾਲਿਆਂ ਦੇ ਹਿੱਤਾਂ ਲਈ ਕੰਮ ਕਰ ਰਹੇ ਨੇ। ਸਿੱਧੂ ਨੇ ਪੁੱਛਿਆ ਕਿ ਤੁਸੀਂ ਉਹਨਾਂ ਲਈ ਕੰਮ ਕਰ ਰਹੇ ਹੋ ਜਿਨ੍ਹਾਂ ਨੇ ਆਪਣੇ ਸਿਆਸੀ ਹਿੱਤਾਂ ਲਈ ਤੁਹਾਨੂੰ ਇਸ ਸੰਵਿਧਾਨਕ ਦਫ਼ਤਰ ਦੇ ਵਿੱਚ ਨਿਯੁਕਤ ਕੀਤਾ ਹੈ। ਗਲਤ ਜਾਣਕਾਰੀ ਮੈਂ ਨਹੀਂ, ਏਜੀ ਫੈਲਾ ਰਹੇ ਨੇ। ਸਿੱਧੇ ਤੌਰ ਦੇ ਉੱਪਰ ਏਜੀ ਦੀ ਨਿਯੁਕਤੀ ਦੇ ਉੱਪਰ ਸਵਾਲ ਕੀਤੇ ਨੇ ਔਰ ਨਿਯੁਕਤ ਕਰਨ ਵਾਲੇ ਦੇ ਉੱਪਰ ਸਵਾਲ ਕੀਤੇ ਗਏ ਨੇ। ਤਾਂ ਕਿਤੇ ਨਾ ਕਿਤੇ ਇਨਡਾਇਰੈਕਟਲੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਟਵੀਟ ਦੇ ਰਾਹੀਂ ਮੁੱਖ ਮੰਤਰੀ ਚੰਨੀ ਦੇ ਉੱਪਰ ਵੱਡਾ ਹਮਲਾ ਬੋਲਿਆ ਗਿਆ। ਉਹਨਾਂ ਦੇ ਫੈਸਲੇ ਦੇ ਉੱਪਰ ਵੱਡਾ ਸਵਾਲੀਆ ਨਿਸ਼ਾਨ ਲਗਾਇਆ ਗਿਆ ਕਿ ਉਹਨਾਂ ਨੇ ਏਜੀ ਦਿਓਲ ਦੀ ਨਿਯੁਕਤੀ ਕਿਉਂ ਕੀਤੀ ਸੀ। ਤਾਂ ਨਾਲ ਹੀ ਗੱਲ ਕੀਤੀ ਗਈ ਕਿ ਏਜੀ ਅਹੁਦਾ ਦੇਣ ਵਾਲਿਆਂ ਦੇ ਹਿੱਤਾਂ ਲਈ ਕੰਮ ਕਰ ਰਹੇ ਹੋ, ਮਤਲਬ ਕਿ ਤੁਸੀਂ ਪੰਜਾਬ ਸਰਕਾਰ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਲਈ ਕੰਮ ਕਰ ਰਹੇ ਹੋ। ਔਰ ਸਿੱਧੂ ਨੇ ਪੁੱਛਿਆ ਕਿ ਤੁਸੀਂ ਉਹਨਾਂ ਲਈ ਕੰਮ ਕਰ ਰਹੇ ਹੋ ਜਿਨ੍ਹਾਂ ਨੇ ਆਪਣੇ ਸਿਆਸੀ ਹਿੱਤਾਂ ਲਈ ਤੁਹਾਨੂੰ ਸੰਵਿਧਾਨਕ ਦਫ਼ਤਰ ਵਿੱਚ ਨਿਯੁਕਤ ਕੀਤਾ। ਤਾਂ ਸਿੱਧੇ ਤੌਰ ਦੇ ਉੱਪਰ ਮੁੱਖ ਮੰਤਰੀ ਦੇ ਉੱਪਰ ਇਹ ਨਿਸ਼ਾਨਾ ਸਾਧਿਆ ਗਿਆ ਕਿ ਉਹਨਾਂ ਦੇ ਤੁਸੀਂ ਸਿਆਸੀ ਹਿੱਤਾਂ ਦੇ ਲਈ ਕੰਮ ਕਰ ਰਹੇ ਹੋ ਕਿਉਂਕਿ ਕਿਤੇ ਨਾ ਕਿਤੇ ਨਿਯੁਕਤੀ ਮੁੱਖ ਮੰਤਰੀ ਦੇ ਵੱਲੋਂ ਹੀ ਕੀਤੀ ਗਈ ਹੈ। ਤਾਂ ਹੁਣ ਤੁਹਾਨੂੰ ਟਵੀਟ ਦੱਸਦੇ ਹਾਂ ਜਿਹੜੇ ਬੈਕ ਟੂ ਬੈਕ ਟਵੀਟ ਕੀਤੇ ਗਏ ਸੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ। ਤਾਂ ਸਿੱਧੂ ਨੇ ਟਵੀਟ ਕਰਕੇ ਪੁੱਛਿਆ ਕਿ ਮੈਂ ਇਹ ਜਾਣ ਸਕਦਾ ਕਿ ਜਦੋਂ ਤੁਸੀਂ ਮੁੱਖ ਮੁਲਜ਼ਮਾਂ ਦੀ ਪੈਰਵਾਈ ਕਰ ਰਹੇ ਸੀ ਅਤੇ ਉਹਨਾਂ ਨੂੰ ਬਲੈਂਕਟ ਬੈਲ ਦਵਾ ਰਹੇ ਸੀ ਉਦੋਂ ਕਿਸ ਦੇ ਹਿੱਤਾਂ ਲਈ ਕੰਮ ਕਰ ਰਹੇ ਸੀ ਅਤੇ ਹੁਣ ਕਿਸ ਦੇ ਹਿੱਤਾਂ ਲਈ ਕੰਮ ਕਰ ਰਹੇ ਹੋ। ਅੱਗੇ ਟਵੀਟ ਕੀਤਾ ਕਿ ਤੁਸੀਂ ਉਹਨਾਂ ਲਈ ਕੰਮ ਕਰ ਰਹੇ ਹੋ ਜਿਨ੍ਹਾਂ ਨੇ ਆਪਣੇ ਸਿਆਸੀ ਹਿੱਤਾਂ ਲਈ ਤੁਹਾਨੂੰ ਸੰਵਿਧਾਨਕ ਦਫ਼ਤਰ ਵਿੱਚ ਨਿਯੁਕਤ ਕੀਤਾ ਹੈ। ਉਸ ਤੋਂ ਬਾਅਦ ਟਵੀਟ ਇੱਕ ਹੋਰ ਆਉਂਦਾ ਜਿਸ ਦੇ ਵਿੱਚ ਲਿਖਿਆ ਗਿਆ, ਮਿਸਟਰ ਏਜੀ ਪੰਜਾਬ, ਇਨਸਾਫ ਅੰਨਾ ਹੈ ਪਰ ਪੰਜਾਬ ਦੇ ਲੋਕ ਨਹੀਂ। ਸਾਡੀ ਕਾਂਗਰਸ ਪਾਰਟੀ ਬੇਅਦਬੀ ਮਾਮਲੇ ਵਿੱਚ ਨਿਆਂ ਦੇਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ ਜਿਸ ਵਿੱਚ ਤੁਸੀਂ ਮੁੱਖ ਸਾਜ਼ਿਸ਼ਕਰਤਾਵਾਂ ਮੁਲਜ਼ਮਾਂ ਦੇ ਲਈ ਹਾਈ ਕੋਰਟ ਵਿੱਚ ਪੇਸ਼ ਹੋਏ ਅਤੇ ਸਾਡੀ ਸਰਕਾਰ ਉੱਤੇ ਗੰਭੀਰ ਇਲਜ਼ਾਮ ਵੀ ਲਗਾਏ। ਉਸ ਤੋਂ ਬਾਅਦ ਇੱਕ ਹੋਰ ਟਵੀਟ ਕੀਤਾ ਜਾਂਦਾ ਜਿਸ ਦੇ ਵਿੱਚ ਲਿਖਿਆ ਜਾਂਦਾ ਕਿ ਅੱਜ ਤੁਸੀਂ ਸੱਤਾ ਵਿੱਚ ਉਸ ਸਿਆਸੀ ਪਾਰਟੀ ਦੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਹੋ ਅਤੇ ਮੇਰੇ ਉੱਤੇ ਗਲਤ ਜਾਣਕਾਰੀ ਫੈਲਾਉਣ ਦਾ ਇਲਜ਼ਾਮ ਲਗਾ ਰਹੇ ਹੋ। ਜਦੋਂ ਕਿ ਮੈਂ ਬੇਅਦਬੀ ਦੇ ਕੇਸਾਂ ਵਿੱਚ ਇਨਸਾਫ ਲਈ ਲੜ ਰਿਹਾ ਹਾਂ ਤਾਂ ਤੁਸੀਂ ਮੁਲਜ਼ਮਾਂ ਨੂੰ ਜ਼ਮਾਨਤਾਂ ਦਿਵਾ ਰਹੇ ਹੋ। ਦਰਅਸਲ ਕੱਲ ਏਜੀ APS ਦਿਓਲ ਨੇ ਸਿੱਧੂ ਤੇ ਕੰਮ ਵਿੱਚ ਰੁਕਾਵਟ ਪਾਉਣ ਦਾ ਇਲਜ਼ਾਮ ਲਗਾਇਆ ਸੀ ਜਿਸ ਦੇ ਜਵਾਬ ਦੇ ਵਿੱਚ ਅੱਜ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਬੈਕ ਟੂ ਬੈਕ 12 ਟਵੀਟ ਦਾ ਜਿਹੜਾ ਵੱਡਾ ਇੱਕ ਸ਼ਬਦੀ ਹਮਲਾ ਕੀਤਾ ਗਿਆ। ਤੇ ਇਸ ਖਬਰ ਤੇ ਗੱਲਬਾਤ ਕਰਦੇ ਹਾਂ ਸਾਡੇ ਸਹਿਯੋਗੀ ਪੰਕਜ ਕਪਾਹੀ ਜੁੜ ਰਹੇ ਨੇ। ਪੰਕਜ, ਤਾਂ ਸਿੱਧੇ ਤੌਰ ਤੇ ਨਾ ਸਹੀ ਇਨਡਾਇਰੈਕਟਲੀ ਕਿਤੇ ਨਾ ਕਿਤੇ ਅਪਰੋਚ ਕੀਤਾ ਗਿਆ ਇਸ ਟਵੀਟ ਦੇ ਰਾਹੀਂ ਸਾਫ਼ ਨਜ਼ਰ ਹੁੰਦਾ ਨਿਸ਼ਾਨਾ ਬਣਾਇਆ ਗਿਆ ਸੀਐਮ ਚੰਨੀ ਨੂੰ ਕਿਉਂਕਿ ਅਪੁਆਇੰਟਮੈਂਟ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ। ਔਰ ਜਿਸ ਤਰੀਕੇ ਦੇ ਨਾਲ ਉਹਨੇ ਕਿਹਾ ਕਿ ਕੀ ਤੁਸੀਂ ਨਵਜੋਤ ਸਿੰਘ ਸਿੱਧੂ ਪੁੱਛ ਰਹੇ ਨੇ ਕੀ ਤੁਸੀਂ ਉਹਨਾਂ ਲੋਕਾਂ ਲਈ ਕੰਮ ਕਰ ਰਹੇ ਹੋ ਜਿਨ੍ਹਾਂ ਨੇ ਆਪਣੇ ਸਿਆਸੀ ਹਿੱਤਾਂ ਦੇ ਲਈ ਸਿਆਸੀ ਮੁਫਾਦ ਦੇ ਲਈ ਤੁਹਾਨੂੰ ਸੰਵਿਧਾਨਕ ਦਫ਼ਤਰ ਦੇ ਵਿੱਚ ਜ਼ਿੰਮੇਵਾਰੀ ਸੌਂਪੀ ਹੈ। ਤਾਂ ਜ਼ਿੰਮੇਵਾਰੀ ਕਿਤੇ ਨਾ ਕਿਤੇ ਚੰਨੀ ਦੇ ਵੱਲੋਂ ਹੀ ਸੌਂਪੀ ਗਈ ਸਿੱਧੇ ਤੌਰ ਦੇ ਉੱਪਰ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਪਰ ਔਰ ਚੰਨੀ ਦੇ ਫੈਸਲੇ ਦੇ ਉੱਪਰ ਇਹ ਵੱਡਾ ਹਮਲਾ ਕਹਿ ਸਕਦੇ ਹਾਂ। बिल्कुल पुलर, क्योंकि अगर पंजाब सरकार दे विच एजी लगाने ने DGP लगाने ने तो मुख्यमंत्री की ही मंजूरी तो बाद लगाए जाते हैं और मुख्यमंत्री ही वो पसंद करते हैं कि किसनों लगाया जाना है। और जदों नवजोत सिंह सिद्धू पिछले कई दिनों तो मांग कर रहे हैं कि एजी नूं बदलिया जाए, लगातार ये कहा जा रहा है नवजोत सिंह सिद्धू वालों कि जिस बेअदबी मामले नूं लैके एक सरकार चलेगी, दूसरी सरकार आई, दूसरी सरकार आने तो बाद मुख्यमंत्री चले गए और उस तो बाद 50 दिनों के भी बेअदबी मामले से कोई इंसाफ नहीं मिला क्योंकि एजी ने उस वेले के आरोपियों को बचाते रहे ने, जमानत दवाते रहे ने। और जदों कल स्टेटमेंट एडवोकेट जनरल वालों आई तो उस तो बाद हुण नवजोत सिंह सिद्धू भी
ਕਾਫੀ ਐਗਰੈਸਿਵ ਮੂਡ ਦੇ ਵਿੱਚ ਨਜ਼ਰ ਆ ਰਹੇ ਨੇ। ਇੱਕ ਤੋਂ ਬਾਅਦ ਇੱਕ 12 ਟਵੀਟ ਕੀਤੇ, ਨਿਸ਼ਾਨੇ ਤੇ ਐਡਵੋਕੇਟ ਜਨਰਲ ਦੇ ਨਾਲ ਨਿਯੁਕਤੀ ਕਰਨ ਵਾਲਿਆਂ ਨੂੰ ਵੀ ਲਿੱਤਾ ਗਿਆ। ਤਾਂ ਇੱਕ ਗੱਲ ਸਾਫ਼ ਹੈ ਕਿ ਕਾਂਗਰਸ ਦੇ ਵਿੱਚ ਆਲ ਇਜ਼ ਵੈਲ ਜਿਹੜਾ ਵਾ ਉਹ ਨਜ਼ਰ ਨਹੀਂ ਆ ਰਿਹਾ। ਇੱਕ ਪਾਸੇ ਪੰਜਾਬ ਕਾਂਗਰਸ ਸੂਬੇ ਦੇ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ, ਤਾਂ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਚਲਾਉਣ ਵਾਲੇ ਮੁਖੀਆ ਨੇ ਚਰਨਜੀਤ ਸਿੰਘ ਚੰਨੀ, ਜਿਨ੍ਹਾਂ ਵੱਲੋਂ ਨਿਯੁਕਤੀ ਕੀਤੀ ਗਈ ਹੈ। ਤਾਂ ਆਮੋ ਸਾਹਮਣੇ ਲਗਾਤਾਰ ਨਜ਼ਰ ਆ ਰਹੇ ਹੈ। ਹਰੀਸ਼ ਚੌਧਰੀ तमाम ਕੋਸ਼ਿਸ਼ਾਂ ਕਰ ਰਹੇ ਨੇ ਕਿ ਮਸਲੇ ਨੂੰ ਸੁਲਝਾਇਆ ਜਾਵੇ। ਇੱਥੋਂ ਤੱਕ ਜਦੋਂ ਕੇਦਾਰਨਾਥ ਗਏ ਤਾਂ ਉਦੋਂ ਇੱਕ ਦੂਸਰੇ ਤੇ ਹੱਥ ਫੜ ਕੇ ਇਹ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਕਿ ਆਲ ਇਜ਼ ਵੈਲ ਹੈ, ਕਾਂਗਰਸ ਦੇ ਅੰਦਰ ਸਭ ਕੁਝ ਠੀਕ ਠਾਕ ਹੈ। ਔਰ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਇਹ ਲੱਗਦਾ ਸੀਗਾ ਕਿ ਉਹਨਾਂ ਦੀ ਜਿਹੜੀ ਮੰਗ ਹੈ ਕਿ ਏਜੀ ਨੂੰ ਬਦਲ ਦਿੱਤਾ ਜਾਏਗਾ, ਉਹ ਮੰਨ ਲਿੱਤੀ ਗਈ ਹੈ। ਲੇਕਿਨ ਜਦੋਂ ਅਸਤੀਫਾ ਮਨਜ਼ੂਰ ਨਹੀਂ ਹੋਇਆ, ਜਦੋਂ ਏਜੀ ਦਿਓਲ ਹੀ ਰਹਿਣਗੇ, ਤਾਂ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੁਣ ਏਜੀ ਦੇ ਨਾਲ ਮੁੱਖ ਮੰਤਰੀ ਤੇ ਵੀ ਇੰਡਾਇਰੈਕਟਲੀ ਨਿਸ਼ਾਨੇ ਸਾਧਦੇ ਹੋਏ ਨਜ਼ਰ ਆ ਰਹੇ ਨੇ। ਬਿਲਕੁਲ, ਤਾਂ ਇੰਡਾਇਰੈਕਟਲੀ ਤੌਰ ਦੇ ਉੱਪਰ ਇਹ ਨਿਸ਼ਾਨਾ ਸਾਧੇ ਜਾ ਰਿਹਾ। ਪਰ ਪੰਕਜ, ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਨੇ, ਤੁਸੀਂ ਹਵਾਲਾ ਦੇ ਰਹੇ ਹੋ ਕਿ ਬਾਰ-ਬਾਰ ਜਿਹੜੇ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਇੰਚਾਰਜ ਨੇ, ਇਸ ਤੋਂ ਪਹਿਲਾਂ ਸਾਬਕਾ ਇੰਚਾਰਜ ਦੀ ਗੱਲ ਕੀਤੀ ਜਾਵੇ, ਹਰੀਸ਼ ਰਾਵਤ ਦੀ ਗੱਲ ਕੀਤੀ ਜਾਵੇ, ਜਾਂ ਫਿਰ ਮੌਜੂਦਾ ਹਰੀਸ਼ ਚੌਧਰੀ ਦੀ ਗੱਲ ਕੀਤੀ ਜਾਵੇ, ਜਿਹੜੇ ਕਿ ਪੰਜਾਬ ਮਾਮਲੇ ਦੇ ਇੰਚਾਰਜ ਨੇ, ਸਭ ਤੋਂ ਵੱਡੀ ਚੁਣੌਤੀ ਕਿਤੇ ਨਾ ਕਿਤੇ ਬਾਕੀ ਕੰਮਾਂ ਇੱਕ ਪਾਸੇ ਨੇ ਔਰ ਪੰਜਾਬ ਕਾਂਗਰਸ ਦੇ ਸੂਬੇ ਦੇ ਪ੍ਰਧਾਨ ਦੀ ਔਰ ਮੁੱਖ ਮੰਤਰੀ ਦੀ ਆਪਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਟਸਲ ਚੱਲ ਰਹੀ ਹੈ, ਤਾਂ ਲੱਗ ਰਿਹਾ ਕਿ ਇਸ ਦਾ ਖਾਮਿਆਜ਼ਾ ਕਿਤੇ ਨਾ ਕਿਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਪੰਜਾਬ ਸਰਕਾਰ ਨੂੰ ਔਰ ਪੰਜਾਬ ਕਾਂਗਰਸ ਨੂੰ ਭੁਗਤਣਾ ਪੈ ਸਕਦਾ ਹੈ। ਬਿਲਕੁਲ ਪੁੱਲਰ, ਕਿਉਂਕਿ ਆਮ ਲੋਕਾਂ 'ਚ ਵੀ ਇੱਕ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਸਰਕਾਰ ਦੇ ਵਿੱਚ ਕਾਂਗਰਸ ਹੈ ਔਰ ਓਪੋਜੀਸ਼ਨ ਦੀ ਭੂਮਿਕਾ ਵੀ ਕਾਂਗਰਸ ਜਿਹੜੀ ਹੈ ਉਹ ਨਿਭਾ ਰਹੀ ਹੈ। ਕਿਉਂਕਿ ਅਗਰ ਏਜੀ ਨੂੰ ਲੈ ਕੇ ਜਾਂ ਡੀਜੀਪੀ ਨੂੰ ਲੈ ਕੇ ਜਾਂ ਕਿਸੇ ਹੋਰ ਨੂੰ ਲੈ ਕੇ ਅਗਰ ਅਕਾਲੀ ਦਲ ਆਮ ਆਦਮੀ ਪਾਰਟੀ ਸਵਾਲ ਚੁੱਕੇ ਤਾਂ ਕਾਂਗਰਸ ਜਵਾਬ ਦੇ ਸਕਦੀ ਹੈ। ਲੇਕਿਨ ਜਦੋਂ ਆਮੋ ਸਾਹਮਣੇ ਮੁੱਖ ਮੰਤਰੀ ਤਾਂ ਦੂਜੇ ਪਾਸੇ ਸੂਬੇ ਦੇ ਕਾਂਗਰਸ ਦੇ ਪ੍ਰਧਾਨ ਹੋਣ, ਤਾਂ ਫਿਰ ਕਾਂਗਰਸ ਦੇ ਮੰਤਰੀ ਵੀ ਬਚਦੇ ਹੋਏ ਨਜ਼ਰ ਆ ਰਹੇ। ਕੱਲ ਜਦੋਂ ਏਜੀ ਦਿਓਲ ਹੋਰਾਂ ਦੀ ਸਟੇਟਮੈਂਟ ਆਈ ਤਾਂ ਉਸ ਤੋਂ ਬਾਅਦ ਨਿਊਜ਼ 18 ਨੇ ਕਈ ਸਾਰੇ ਮੰਤਰੀਆਂ ਨਾਲ, ਕਈ ਸਾਰੇ ਕਾਂਗਰਸ ਦੇ ਲੀਡਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਹਰ ਕੋਈ ਕਿਨਾਰਾ ਕਰਦਾ ਹੋਇਆ ਨਜ਼ਰ ਆਇਆ। ਕਿਉਂਕਿ ਇੱਕ ਪਾਸੇ ਮੁੱਖ ਮੰਤਰੀ ਨੇ, ਦੂਜੇ ਪਾਸੇ ਸੂਬੇ ਦੇ ਕਾਂਗਰਸ ਦੇ ਪ੍ਰਧਾਨ ਨੇ, ਤਾਂ ਨੁਕਸਾਨ ਜ਼ਰੂਰ ਹੋਏਗਾ। ਹਰੀਸ਼ ਚੌਧਰੀ ਚੰਡੀਗੜ੍ਹ ਆ ਕੇ ਬੈਠੇ ਹੋਏ ਨੇ, ਉਹ तमाम ਕੋਸ਼ਿਸ਼ਾਂ ਕਰ ਰਹੇ ਨੇ। ਲਗਾਤਾਰ ਇਹ ਲੱਗ ਰਿਹਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਮੰਨ ਜਾਣਗੇ, ਲੇਕਿਨ ਨਵਜੋਤ ਸਿੰਘ ਸਿੱਧੂ ਦੀਆਂ ਜਿਹੜੀਆਂ ਡਿਮਾਂਡ ਸੀਗੀਆਂ, ਜਿਹੜਾ 18 ਨੁਕਤਿਆਂ ਦਾ ਜ਼ਿਕਰ ਕਰਦੇ ਨੇ ਔਰ 18 ਨੁਕਤਿਆਂ ਦੇ ਵਿੱਚ ਜਿਹੜਾ ਡਰੱਗਸ ਦੇ ਕੇਸ ਨੇ ਜਾਂ ਫਿਰ ਬੇਅਦਬੀ ਦੇ ਮਾਮਲੇ ਨੇ, ਉਸ ਮੁਤਲਕ ਏਜੀ ਔਰ ਡੀਜੀਪੀ ਦੀ ਭੂਮਿਕਾ ਨੂੰ ਲੈ ਕੇ ਸਵਾਲ ਚੁੱਕ ਰਹੇ ਨੇ ਨਵਜੋਤ ਸਿੰਘ ਸਿੱਧੂ ਲਗਾਤਾਰ, ਔਰ ਉਹਨਾਂ ਨੂੰ ਬਦਲਣ ਦੀ ਮੰਗ ਕਰ ਰਹੇ ਨੇ। ਲੇਕਿਨ ਜਦੋਂ ਨਹੀਂ ਬਦਲਿਆ ਜਾ ਰਿਹਾ ਤਾਂ ਹੁਣ ਆਮੋ ਸਾਹਮਣੇ ਮੁੱਖ ਮੰਤਰੀ ਤੇ ਸੂਬੇ ਦੇ ਪ੍ਰਧਾਨ ਨਜ਼ਰ ਆ ਰਹੇ ਨੇ, ਔਰ ਇਸੇ ਵਜ੍ਹਾ ਕਰਕੇ ਕਾਂਗਰਸ ਦੇ ਲੀਡਰਾਂ ਨੂੰ ਇਹ ਸਮਝ ਨਹੀਂ ਆ ਰਿਹਾ ਔਰ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਸੱਤਾ ਦੇ ਵਿੱਚ ਕੌਣ ਹੈ ਔਰ ਓਪੋਜੀਸ਼ਨ ਦੇ ਵਿੱਚ ਕੌਣ ਹੈ। ਔਰ ਇਸ ਦਾ ਖਮਿਆਜ਼ਾ 2022 ਦੇ ਵਿੱਚ ਅਗਰ ਇਹ ਮਾਮਲੇ ਨਹੀਂ ਸੁਲਝੇ, ਅਗਰ ਇਸੇ ਤਰੀਕੇ ਨਾਲ ਟਵਿੱਟਰ ਵਾਰ ਚੱਲਦਾ ਰਿਹਾ, ਤਾਂ ਫਿਰ ਨੁਕਸਾਨ ਜ਼ਰੂਰ ਕਾਂਗਰਸ ਨੂੰ ਜਿਹੜਾ ਚੋਣਾਂ ਦੇ ਵਿੱਚ ਹੋ ਸਕਦਾ ਹੈ। ਬਿਲਕੁਲ ਪੰਕਜ, ਦਾ ਚੋਣਾਂ ਦੇ ਵਿੱਚ ਨੁਕਸਾਨ ਹੋ ਸਕਦਾ ਕਿਉਂਕਿ ਜਿਸ ਮੁੱਦਿਆਂ ਦੀ ਗੱਲ ਕੀਤੀ ਜਾ ਰਹੀ ਹੈ ਉਸ ਮੁੱਦਿਆਂ ਦੇ ਉੱਪਰ ਸ਼ਾਇਦ ਉਹਨਾਂ ਕੰਮ ਨਹੀਂ ਹੋ ਰਿਹਾ, ਉਸ ਮੁੱਦਿਆਂ ਤੋਂ ਫੋਕਸ ਕਿਤੇ ਨਾ ਕਿਤੇ ਦੂਰ ਹੁੰਦਾ ਜਾ ਰਿਹਾ। ਪੰਕਜ, ਤੁਸੀਂ ਬਣ ਰਹੇ ਹੋ, ਥੋੜੀ ਦੇਰ ਬਾਅਦ ਫਿਰ ਤੁਹਾਡੇ ਕੋਲ ਮੈਂ ਆ ਰਿਹਾ। ਤਾਂ ਉਧਰ ਨਵਜੋਤ ਸਿੰਘ ਸਿੱਧੂ ਨੇ ਐਸਟੀਐਫ ਦੀ ਰਿਪੋਰਟ ਨੂੰ ਲੈ ਕੇ ਵੀ ਤੁਹਾਨੂੰ ਦੱਸ ਦੀ ਇੱਕ ਵਾਰ ਫਿਰ ਤੋਂ ਉਹਨਾਂ ਨੇ ਵੀ ਟਵੀਟ ਕੀਤਾ ਗਿਆ ਸੀ, ਪਰ ਦਰਅਸਲ ਕੱਲ ਏਜੀਏਪੀਐਸ ਦਿਓਲ ਨੇ ਸਿੱਧੂ ਦੇ ਕੰਮ ਦੇ ਵਿੱਚ ਰੁਕਾਵਟ ਪਾਉਣ ਦਾ ਇਲਜ਼ਾਮ ਲਗਾਇਆ ਸੀ ਕਿ ਇਸ ਤਰੀਕੇ ਦੇ ਨਾਲ ਇਹ ਪੂਰੀ ਜਿਹੜੀ ਪੈਰਵਾਈ ਕੀਤੀ ਗਈ ਸੀ ਉਹਦੇ ਬਾਰੇ ਵੀ ਥੋੜਾ ਚਾਨਣਾ ਪਾ ਲੈਂਦੇ ਹਾਂ। ਨਵਜੋਤ ਸਿੰਘ ਸਿੱਧੂ ਸਰਕਾਰ ਅਤੇ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਕੰਮਕਾਜ ਦੇ ਵਿੱਚ ਰੁਕਾਵਟਾਂ ਪਾ ਰਹੇ ਨੇ। ਉਹਨਾਂ ਦੇ ਵਾਰ-ਵਾਰ ਬਿਆਨਬਾਜ਼ੀ ਕਰਨ ਦੇ ਨਾਲ ਨਸ਼ੇ ਅਤੇ ਬੇਅਦਬੀ ਮਾਮਲਿਆਂ 'ਚ ਸਰਕਾਰ ਦੇ ਨਿਆਂ ਦਿਵਾਉਣ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗ ਰਿਹਾ ਹੈ। ਨਵਜੋਤ ਸਿੱਧੂ ਸਿਆਸੀ ਫਾਇਦਾ ਲੈਣ ਦੇ ਲਈ ਗਲਤ ਜਾਣਕਾਰੀ ਫੈਲਾ ਰਹੇ ਨੇ। ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਦੇ ਦਫ਼ਤਰ ਦਾ ਸਿਆਸੀਕਰਨ ਕਰਕੇ ਸਿੱਧੂ 2022 ਦੀਆਂ ਚੋਣਾਂ ਦੇ ਵਿੱਚ ਆਪਣੇ ਸਿਆਸੀ ਲਾਹੇ ਦੇ ਲਈ ਕਾਂਗਰਸ ਦੇ ਕੰਮ ਵਿਗਾੜਨ 'ਚ ਲੱਗੇ ਹੋਏ ਨੇ। ਤਾਂ ਬੀਤੇ ਦਿਨ ਹੀ ਜਿਸ ਤਰੀਕੇ ਦੇ ਨਾਲ ਸਿੱਧੇ ਤੌਰ ਦੇ ਉੱਪਰ ਅਟੈਕ ਕੀਤਾ ਗਿਆ ਸੀ ਏਜੀਏਪੀਐਸ ਦਿਓਲ ਦੇ ਵੱਲੋਂ ਕਾਂਗਰਸ ਪੰਜਾਬ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਉੱਪਰ, ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਅੱਜ ਜਵਾਬ ਦਿੱਤਾ ਗਿਆ। ਸਾਡੇ ਸਹਿਯੋਗੀ ਲਗਾਤਾਰ ਬਣੇ ਹੋਏ ਨੇ ਪੰਕਜ ਕਪਾਈ ਸਾਡੇ ਨਾਲ। ਪੰਕਜ, ਤਾਂ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਉਧਰ ਕੈਬਨਿਟ ਦੀ ਅਹਿਮ ਬੈਠਕ ਚੱਲ ਰਹੀ ਹੈ, ਉਸ ਤੋਂ ਠੀਕ ਪਹਿਲਾਂ ਜਿਸ ਤਰੀਕੇ ਦੇ ਨਾਲ ਇੱਕ ਹੋਰ ਵੱਡਾ ਹਮਲਾ ਕਹਿ ਸਕਦੇ ਹਾਂ, 12 ਟਵੀਟ ਕੀਤੇ ਗਏ ਨੇ ਬੈਕ ਟੂ ਬੈਕ ਨਵਜੋਤ ਸਿੰਘ ਸਿੱਧੂ ਦੇ ਵੱਲੋਂ, ਤਾਂ ਕਿਤੇ ਨਾ ਕਿਤੇ ਇੱਕ ਗੱਲ ਤਾਂ ਸਾਫ਼ ਹੈ ਕਿ ਆਲ ਇਜ਼ ਵੈਲ ਨਹੀਂ ਹੈ। ਜਿਸ ਤਰੀਕੇ ਦੇ ਨਾਲ ਕੇਦਾਰਨਾਥ ਆਉਣ ਤੋਂ ਬਾਅਦ ਜਾਂ ਫਿਰ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ, ਇੱਕ ਉਸ ਤੋਂ ਬਾਅਦ ਕਿਹਾ ਗਿਆ ਸੀ ਕਿ ਕਾਂਗਰਸ ਦੇ ਵਿੱਚ ਆਲ ਇਜ਼ ਵੈਲ ਹੈ, ਪਰ ਜੇਕਰ ਆਲ ਇਜ਼ ਵੈਲ ਹੈ ਤਾਂ ਫਿਰ ਸਵਾਲ ਕਿਉਂ ਉੱਠ ਰਹੇ ਨੇ ਆਪਣੀ ਸਰਕਾਰ ਦੇ ਵਿਰੁੱਧ, ਤਾਂ ਫਿਰ ਜਿਹੜੀ ਆਪਸੀ ਸਹਿਮਤੀ ਉਹ ਕਿਉਂ ਨਹੀਂ ਬਣ ਪਾ ਰਹੀ? ਦੇਖੋ, ਪਿਛਲੇ 1.5 ਸਾਲ ਤੋਂ ਪੁੱਲਰ ਅਸੀਂ ਦੇਖ ਰਹੇ ਹਾਂ, ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਰਸਸ
ਨਵਜੋਤ ਸਿੰਘ ਸਿੱਧੂ ਨਜ਼ਰ ਆ ਰਿਹਾ ਸੀਗਾ। ਹਾਈਕਮਾਨ ਨੂੰ ਲੱਗਾ ਕਿ ਇਸ ਵੇਲੇ ਨਵਜੋਤ ਸਿੰਘ ਸਿੱਧੂ ਦੀ ਜ਼ਰੂਰਤ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਬਦਲ ਦਿੱਤੇ ਗਏ। ਕੈਪਟਨ ਅਮਰਿੰਦਰ ਸਿੰਘ ਹੁਣ ਆਪਣੀ ਪਾਰਟੀ ਬਣਾ ਰਹੇ ਨੇ। ਉਸ ਤੋਂ ਬਾਅਦ ਲੱਗਾ ਕਿ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਠਾਕ ਹੋ ਜਾਏਗਾ, ਲੇਕਿਨ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਅਸਤੀਫਾ ਦੇ ਦਿੱਤਾ ਔਰ ਅਸਤੀਫਾ ਦੇਣ ਦੀ ਵਜ੍ਹਾ ਦੱਸੀ ਕਿ ਉਹਨਾਂ ਦੇ ਜਿਹੜੇ 18 ਨੁਕਤੇ ਨੇ ਉਹਨਾਂ ਦੇ ਉੱਤੇ ਕੰਮ ਨਹੀਂ ਹੋ ਰਿਹਾ। ਉਸ ਤੋਂ ਬਾਅਦ ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਮੁੱਖ ਮੰਤਰੀ ਲਗਾਤਾਰ ਦਿੱਲੀ ਫੇਰੀ ਤੇ ਨਜ਼ਰ ਆਏ। ਉਸ ਤੋਂ ਬਾਅਦ ਕੇਦਾਰਨਾਥ ਜਿਹੜੇ ਨੇ ਉੱਥੇ ਦੋਹੇ ਲੀਡਰ ਇਕੱਠੇ ਗਏ, ਨਾਲ ਹਰੀਸ਼ ਚੌਧਰੀ ਗਏ ਔਰ ਉਦੋਂ ਇਹ ਲੱਗਾ ਕਿ ਕਾਂਗਰਸ ਦੇ ਵਿੱਚ ਹੁਣ ਸਭ ਕੁਝ ਠੀਕ ਠਾਕ ਹੋ ਜਾਏਗਾ। ਲੇਕਿਨ ਜਦੋਂ ਨਵਜੋਤ ਸਿੰਘ ਸਿੱਧੂ ਨੇ ਫਿਰ ਟਵਿੱਟਰ ਦੇ ਜ਼ਰੀਏ, ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਜ਼ਰੀਏ ਏਜੀ ਦੀ ਡੀਜੀਪੀ ਦੀ ਭੂਮਿਕਾ ਨੂੰ ਲੈ ਕੇ ਸਵਾਲ ਖੜੇ ਕੀਤੇ ਤਾਂ ਫਿਰ ਰਵਨੀਤ ਸਿੰਘ ਬਿੱਟੂ ਜੋ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਦੇ, ਉਹਨਾਂ ਨੇ ਇੱਕ ਤੰਜ ਕੱਸਿਆ। ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇੰਜ ਲੱਗਦਾ ਹੈ ਜਿਵੇਂ ਕੇਦਾਰਨਾਥ ਦਾ ਸਮਝੌਤਾ ਟੁੱਟ ਗਿਆ ਹੋਵੇ, ਕਿਉਂਕਿ ਦੋਵੇਂ ਲੀਡਰ ਉੱਥੇ ਗਏ ਸੀਗੇ। ਹਰੀਸ਼ ਚੌਧਰੀ ਹੋਰਾਂ ਨੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਲੇਕਿਨ ਹੁਣ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਖੁੱਲ ਕੇ ਬੋਲ ਰਹੇ ਨੇ ਏਜੀ ਨੂੰ ਲੈ ਕੇ ਜਾਂ ਫਿਰ ਉਹਨਾਂ ਦੀ ਨਿਯੁਕਤੀ ਕਰਨ ਵਾਲਿਆਂ ਨੂੰ ਲੈ ਕੇ। ਨਿਯੁਕਤੀ ਮੁੱਖ ਮੰਤਰੀ ਕਰਦੇ ਨੇ ਔਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੀ ਸੁਨੇਹਾ ਜਿਹੜਾ ਹੈ ਉਹ ਮੁੱਖ ਮੰਤਰੀ ਨੇ ਦੇ ਦਿੱਤਾ ਕਿ ਏਜੀ ਨਹੀਂ ਬਦਲੇ ਜਾਣਗੇ, ਉਹਨਾਂ ਨੂੰ ਨਹੀਂ ਬਦਲਿਆ ਜਾਏਗਾ, ਜੋ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਮੰਗ ਸੀਗੀ। ਦੂਜੇ ਪਾਸੇ ਡੀਜੀਪੀ ਦਾ ਜਿਹੜਾ ਪੈਨਲ ਹੈ ਉਸ ਨੂੰ ਲੈ ਕੇ ਵੀ ਯੂਪੀਐਸਸੀ ਨੇ ਕਿਰਨਤੂ ਬੰਸੂ ਲੈ ਕੇ ਉਹ ਪੈਨਲ ਵਾਪਸ ਭੇਜ ਦਿੱਤਾ ਗਿਆ ਤਾਂ ਨਵਜੋਤ ਸਿੰਘ ਸਿੱਧੂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਔਰ ਮੁੱਖ ਮੰਤਰੀ ਵੀ ਆਪ ਦਾ ਖੁੱਲ ਕੇ ਨਹੀਂ ਬੋਲ ਰਹੇ। ਲੇਕਿਨ ਜਿਸ ਤਰੀਕੇ ਨਾਲ ਏਜੀ ਦੀ ਸਟੇਟਮੈਂਟ ਆਈ ਹੈ ਉਹ ਬਿਨਾਂ ਮੁੱਖ ਮੰਤਰੀ ਦੀ ਸਹਿਮਤੀ ਤੋਂ ਬਿਨਾਂ ਕੱਲ ਨਹੀਂ ਆ ਸਕਦੀ ਸੀ। ਇਸੇ ਵਜ੍ਹਾ ਕਰਕੇ ਹੁਣ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਪਲਟਵਾਰ ਕੀਤਾ, ਉਹਨਾਂ ਨੇ ਵੀ ਜਵਾਬ ਦਿੱਤਾ ਇਨਡਾਇਰੈਕਟਲੀ ਕਿਤੇ ਨਾ ਕਿਤੇ ਸੀਐਮ ਨੂੰ ਨਿਸ਼ਾਨਾ ਸਾਧੇਗਾ। ਬਿਲਕੁਲ ਪੰਕਜ ਦਾ ਤੁਸੀਂ ਬਣ ਰਹੋ, ਥੋੜੀ ਦੇਰ ਬਾਅਦ ਫਿਰ ਤੁਹਾਡੇ ਕੋਲ ਆਉਣੇ ਆ ਤਾਂ ਸਿੱਧੇ ਤੌਰ ਦੇ ਉੱਪਰ ਜਿਹੜਾ ਆਲ ਇਜ਼ ਵੈਲ ਉਹ ਪੰਜਾਬ ਕਾਂਗਰਸ ਦੇ ਵਿੱਚ ਨਜ਼ਰ ਨਹੀਂ ਆ ਰਿਹਾ। ਹੁਣ ਇੱਕ ਵਾਰ ਫਿਰ ਤੋਂ ਨਜ਼ਰ ਪਾਉਣੇ ਆ ਹੋਰ ਟਵੀਟ ਜਿਹੜੇ ਕੀਤੇ ਗਏ ਨਵਜੋਤ ਸਿੰਘ ਸਿੱਧੂ ਦੇ ਵੱਲੋਂ। ਸਿੱਧੂ ਨੇ ਲਿਖਿਆ ਕਿ ਸਿੱਧੂ ਨੇ ਕਿਹਾ ਕਿ ਐਸਟੀਐਫ ਦੀ ਰਿਪੋਰਟ ਨੂੰ ਲੈ ਕੇ ਵੀ ਏਜੀਏਪੀਐਸ ਦਿਓਲ ਨੂੰ ਕਈ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਲਿਖਿਆ ਕਿ ਡਰੱਗ ਕੇਸ ਵਿੱਚ 5 ਅਕਤੂਬਰ ਨੂੰ ਹਾਈ ਕੋਰਟ ਦੇ ਵਿੱਚ ਹੋਈ ਸੁਣਵਾਈ ਦੇ ਦੌਰਾਨ ਜੋ ਤੁਹਾਨੂੰ ਸਵਾਲ ਕੀਤਾ ਗਿਆ ਸੀ ਸਰਕਾਰ ਨੂੰ ਐਸਟੀਐਫ ਰਿਪੋਰਟ ਦੇ ਆਧਾਰ ਉੱਤੇ ਕਾਰਵਾਈ ਕਰਨ ਤੋਂ ਕੌਣ ਰੋਕ ਰਿਹਾ, ਤਾਂ ਤੁਸੀਂ ਜਵਾਬ ਦਿੱਤਾ ਸੀ ਕਿ ਬਿਨਾਂ ਹਾਈ ਕੋਰਟ ਦੀ ਇਜਾਜ਼ਤ ਦੇ ਮਾਮਲੇ ਵਿੱਚ ਕੋਈ ਵੀ ਕਾਰਵਾਈ ਕਰਨਾ ਸਿਧਾਂਤਕ ਤੌਰ ਦੇ ਉੱਪਰ ਸਹੀ ਨਹੀਂ ਹੋਵੇਗਾ। ਤਾਂ ਉਸ ਤੋਂ ਬਾਅਦ ਦੂਸਰਾ ਟਵੀਟ ਕੀਤਾ ਗਿਆ ਕਿ ਮਾਣਯੋਗ ਹਾਈ ਕੋਰਟ ਨੇ ਤੁਹਾਨੂੰ ਰੋਕਿਆ। ਮਾਣਯੋਗ ਹਾਈ ਕੋਰਟ ਨੇ ਖੁਦ ਸਾਡੀ ਸਰਕਾਰ ਨੂੰ ਐਸਟੀਐਫ ਰਿਪੋਰਟ ਦੀ ਕਾਪੀ ਦਿੱਤੀ ਸੀ, ਪਰ ਸਰਕਾਰ ਦੇ ਵੱਲੋਂ ਕੋਈ ਐਕਸ਼ਨ ਨਾ ਲੈਣ ਦਾ ਪਤਾ ਨਹੀਂ ਤੁਸੀਂ ਕਿਹੜੇ ਸਿਧਾਂਤਾਂ ਤਹਿਤ ਬਚਾਅ ਕਰ ਰਹੇ ਹੋ। ਤਾਂ ਬੈਕ ਟੂ ਬੈਕ ਜਿਹੜੇ ਟਵੀਟ ਕੀਤੇ ਗਏ ਸੀ ਉਸ ਦੇ ਵਿੱਚ ਇੱਕ ਤੋਂ ਬਾਅਦ ਇੱਕ ਸਵਾਲ ਖੜੇ ਕੀਤੇ ਗਏ ਨੇ ਔਰ ਜਵਾਬ ਕਿਤੇ ਨਾ ਕਿਤੇ ਏਜੀਏਪੀਐਸ ਦਿਓਲ ਦੇ ਕੋਲੋਂ ਮੰਗੇ ਗਏ। ਇੱਕ ਵਾਰ ਫਿਰ ਤੋਂ ਰੋਕਿਆ ਸਾਡੇ ਸਹਿਯੋਗੀ ਨਪਿੰਦਰ ਬਰਾੜ ਸਾਡੇ ਨਾਲ ਜੁੜ ਰਹੇ। ਨਪਿੰਦਰ, ਤਾਂ ਪੀਸੀ ਤੁਹਾਨੂੰ ਯਾਦ ਹੋਵੇਗੀ ਜਿਸ ਦੇ ਵਿੱਚ ਅਸੀਂ ਜ਼ਿਕਰ ਕਰ ਰਹੇ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਆਲ ਇਜ਼ ਵੈਲ ਹੈ। ਆਲ ਇਜ਼ ਵੈਲ ਕਿਉਂ ਇਦਾਂ ਹੋ ਜਾਂਦਾ ਕਿ ਕੁਝ ਘੰਟਿਆਂ ਬਾਅਦ ਕੁਝ ਮਿੰਟਾਂ ਬਾਅਦ ਹੀ ਉਹ ਆਲ ਇਜ਼ ਵੈਲ ਤਹਿਸ ਨਹਿਸ ਹੋ ਜਾਂਦਾ। ਉਹ ਦੁਬਾਰਾ ਤੋਂ ਜਿਹੜੇ ਬਾਗੀ ਸੁਰ ਨੇ ਔਰ ਜਿਹੜੇ ਹਮਲੇ ਨੇ ਸਿੱਧੇ ਡਾਇਰੈਕਟਲੀ ਬਿਨਾਂ ਕਿਸੇ ਰੁਕਾਵਟ ਤੋਂ ਡਾਇਰੈਕਟਲੀ ਕੀਤੇ ਜਾਂਦੇ ਨੇ। ਨਪਿੰਦਰ, ਤਾਂ ਕੀ ਤੁਹਾਨੂੰ ਮੇਰੀ ਆਵਾਜ਼ ਪਹੁੰਚ ਰਹੀ ਤੁਹਾਡੇ ਤੱਕ? ਸਵਾਲ ਦੁਹਰਾਓਗੇ ਪਲੀਜ਼। ਤਾਂ ਖੈਰ ਕਿਸੇ ਤਕਨੀਕੀ ਕਾਰਨ ਕਰਕੇ ਸਾਡਾ ਉਹਨਾਂ ਨਾਲ ਸੰਪਰਕ ਨਹੀਂ ਹੋ ਰਿਹਾ। ਤੁਹਾਨੂੰ ਵਾਪਸ ਲੈ ਕੇ ਚੱਲਾਂ ਕਿਉਂਕਿ ਪੰਜਾਬ ਭਵਨ ਦੇ ਵਿੱਚ ਬੇਹੱਦ ਅਹਿਮ ਕੈਬਨਿਟ ਮੀਟਿੰਗ ਚੱਲ ਰਹੀ ਹੈ ਔਰ ਲਗਾਤਾਰ ਅਸੀਂ ਤੁਹਾਨੂੰ ਅਪਡੇਟ ਵੀ ਦੇ ਰਹੇ ਹਾਂ। ਇਸ ਵੇਲੇ ਮੀਟਿੰਗ ਜਾਰੀ ਹੋਣ ਤੋਂ ਥੋੜੀ ਦੇਰ ਬਾਅਦ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਪੀਸੀ ਵੀ ਕੀਤੀ ਜਾਣੀ ਹੈ, ਪਰ ਇਸ ਮੀਟਿੰਗ ਤੋਂ ਪਹਿਲਾਂ ਪੀਸੀ ਤੋਂ ਪਹਿਲਾਂ ਅਹਿਮ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਬੈਕ ਟੂ ਬੈਕ ਨਵਜੋਤ ਸਿੰਘ ਸਿੱਧੂ ਦੇ ਵੱਲੋਂ 12 ਟਵੀਟ ਕੀਤੇ ਜਾਂਦੇ ਨੇ ਔਰ ਏਜੀਏਪੀਐਸ ਦਿਓਲ ਦੇ ਮਾਧਿਅਮ ਰਾਹੀਂ ਕਿਤੇ ਨਾ ਕਿਤੇ ਉਹਨਾਂ ਦੀ ਨਿਯੁਕਤੀ ਨੂੰ ਲੈ ਕੇ, ਜਿਸ ਤਰੀਕੇ ਦੇ ਨਾਲ ਉਹਨਾਂ ਦੀ ਚੋਣ ਕੀਤੀ ਗਈ ਉਸ ਨੂੰ ਲੈ ਕੇ ਪੰਜਾਬ ਸਰਕਾਰ ਔਰ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਦੇ ਉੱਪਰ ਇਨਡਾਇਰੈਕਟਲੀ ਜਿਹੜਾ ਉਹ ਨਿਸ਼ਾਨਾ ਵਿੰਨ੍ਹਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ। ਇੱਕ ਵਾਰ ਫਿਰ ਤੋਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਨਪਿੰਦਰ, ਜੇਕਰ ਤੁਸੀਂ ਮੇਰੀ ਆਵਾਜ਼ ਸੁਣ ਪਾ ਰਹੇ ਹੋ ਤਾਂ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਆਲ ਇਜ਼ ਵੈਲ ਹੈ, ਪਰ ਆਲ ਇਜ਼ ਵੈਲ ਉਹ ਮੈਨੂੰ ਲੱਗਦਾ ਕਿ ਕੁਝ ਮਿੰਟਾਂ ਦੇ ਲਈ ਹੁੰਦਾ, ਉਸ ਤੋਂ ਬਾਅਦ ਆਲ ਇਜ਼ ਵੈਲ ਖਰਾਬ ਹੋ ਜਾਂਦਾ ਔਰ ਫਿਰ ਤੋਂ ਨਿਸ਼ਾਨੇ ਸਾਧਨੇ ਸ਼ੁਰੂ ਹੋ ਜਾਂਦੇ ਨੇ ਔਰ ਬੈਕ ਅਟੈਕ ਸ਼ੁਰੂ ਹੋ ਜਾਂਦੇ ਨੇ ਆਪਣੀ ਸਰਕਾਰ ਦੇ ਉੱਪਰ। ਦੇਖੋ, ਬਿਲਕੁਲ ਨਵਜੋਤ ਸਿੰਘ ਸਿੱਧੂ ਲਗਾਤਾਰ ਅਸੀਂ ਦੇਖੀਏ ਤਾਂ ਜਿਸ ਦਿਨ ਤੋਂ ਤੁਸੀਂ ਅਗਰ ਪਿੱਛੇ ਚਲੇ ਜਾਓ, ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਪੰਜਾਬ ਦੇ ਵਿੱਚ, ਉਸ ਵੇਲੇ ਤੋਂ ਲੱਗ ਜਾਓ ਤੇ ਹੁਣ ਤੱਕ ਆ ਜਾਓ,
ਨਵਜੋਤ ਸਿੰਘ ਸਿੱਧੂ ਲਗਾਤਾਰ ਸਵਾਲ ਚੁੱਕਦੇ ਆਏ। ਜੇ ਪਹਿਲਾਂ ਉਹਨਾਂ ਨੇ ਕਿਹਾ ਕਿ ਮੈਂ ਦੇਖੋ ਕੁਰਸੀ ਛੱਡ ਦਿੱਤੀ ਸੂਬੇ ਦੇ ਲਈ, ਉਸ ਵੇਲੇ ਤੁਸੀਂ ਥੋੜਾ ਪਿਛੋਕੜ ਦੇ ਵਿੱਚ ਚੱਲੋ, ਕਿਸ ਵੇਲੇ ਉਹਨਾਂ ਨੇ ਕੁਰਸੀ ਛੱਡਣ ਦੀ ਗੱਲ ਕੀਤੀ? ਜਦੋਂ ਉਹਨਾਂ ਦਾ ਮਹਿਕਮਾ ਤਬਦੀਲ ਹੋਇਆ, ਲੋਕਲ ਬਾਡੀ ਮਹਿਕਮਾ ਸੀ ਉਹਨਾਂ ਕੋਲੇ, ਪਰ ਜਦੋਂ ਰੀਸ਼ਫਲ ਹੋਇਆ ਉਸ ਦੇ ਵਿੱਚ ਉਹਨਾਂ ਤੋਂ ਲੋਕਲ ਬਾਡੀ ਮਹਿਕਮਾ ਲੈ ਲਿਆ ਗਿਆ, ਉਹਨਾਂ ਨੂੰ ਪਾਵਰ ਮਿਨਿਸਟਰ ਜਿਹੜਾ ਹੈਗਾ ਬਣਾਇਆ ਗਿਆ, ਪਰ ਉਹਨਾਂ ਨੇ ਜੁਆਇਨ ਨਹੀਂ ਕੀਤਾ। ਔਰ ਲਗਾਤਾਰ ਹਾਲਾਂਕਿ ਜਿਹੜੀਆਂ ਚਰਚਾਵਾਂ ਸੀ ਇਸ ਤਰ੍ਹਾਂ ਦੀਆਂ ਹੋ ਰਹੀਆਂ ਸੀ ਕਿ ਉਹ ਲਗਾਤਾਰ ਮੰਗ ਕਰਦੇ ਆ ਰਹੇ ਨੇ ਕਿ ਮੈਨੂੰ ਲੋਕਲ ਬਾਡੀ ਡਿਪਾਰਟਮੈਂਟ ਦਿੱਤਾ ਜਾਵੇ, ਪਰ ਕੈਪਟਨ ਅਮਰਿੰਦਰ ਸਿੰਘ ਸਾਫ਼ ਤੌਰ ਤੇ ਕਹਿ ਚੁੱਕੇ ਸੀ ਕਿ ਲੋਕਲ ਬਾਡੀ ਨਹੀਂ ਮਿਲੇਗਾ, ਪਾਵਰ ਮਹਿਕਮਾ ਜਦੋਂ ਮਰਜ਼ੀ ਆ ਕੇ ਜੁਆਇਨ ਕਰ ਲੈਣ। ਪਰ ਨਵਜੋਤ ਸਿੰਘ ਸਿੱਧੂ ਨੇ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਮੈਂ ਦੇਖੋ ਜੀ ਕੁਰਸੀ ਛੱਡ ਦਿੱਤੀ, ਪਰ ਅਸਲ ਦੇ ਵਿੱਚ ਉਸ ਵੇਲੇ ਵੀ ਜਿਸ ਤਰ੍ਹਾਂ ਅਗਰ ਕਾਂਗਰਸ ਦੇ ਆਗੂਆਂ ਦੀ ਗੱਲ ਸੁਣੀਏ ਜਾਂ ਉਹਨਾਂ ਦੀ ਗੱਲ ਸਮਝੀਏ ਤਾਂ ਉਹਨਾਂ ਦੇ ਮੁਤਾਬਕ ਨਵਜੋਤ ਸਿੰਘ ਸਿੱਧੂ ਨੇ ਕੁਰਸੀ ਨਹੀਂ ਸੀ ਛੱਡੀ, ਉਹਨਾਂ ਨੇ ਤਾਂ ਪਾਵਰ ਮਹਿਕਮਾ ਜੁਆਇਨ ਨਹੀਂ ਕੀਤਾ ਸੀ ਕਿਉਂਕਿ ਉਹਨਾਂ ਨੂੰ ਮਨਪਸੰਦ ਮਹਿਕਮਾ ਲੋਕਲ ਬਾਡੀ ਨਹੀਂ ਮਿਲਿਆ ਸੀ। ਤਾਂ ਬੜਾ ਫਰਕ ਹੈ ਦੋਨਾਂ ਚੀਜ਼ਾਂ ਦੇ ਵਿੱਚ, ਸਿੱਧੂ ਦੇ ਬਿਆਨ ਔਰ ਉਸ ਪੂਰੇ ਘਟਨਾਕ੍ਰਮ ਦੇ ਵਿੱਚ। ਦੂਜੇ ਪਾਸੇ ਜਦੋਂ ਚੰਨੀ ਸਰਕਾਰ ਬਣਦੀ ਆ, ਚੰਨੀ ਸਰਕਾਰ ਬਣਨ ਤੋਂ ਪਹਿਲਾਂ ਲਗਾਤਾਰ ਚਰਚਾਵਾਂ ਸੀ। ਪਹਿਲਾਂ ਸੁਨੀਲ ਜਾਖੜ ਦਾ ਨਾਮ ਜ਼ਿਕਰ ਦੇ ਵਿੱਚ ਆਇਆ, ਫਿਰ ਸੁਖਜਿੰਦਰ ਰੰਧਾਵਾ ਦਾ ਨਾਮ ਦਾ ਜ਼ਿਕਰ ਆਇਆ। ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਈਆਂ ਕਿ ਨਵਜੋਤ ਸਿੰਘ ਸਿੱਧੂ ਸਪਸ਼ਟ ਤੌਰ ਤੇ ਕਹਿ ਚੁੱਕੇ ਨੇ ਕਿ ਮੈਨੂੰ ਮੁੱਖ ਮੰਤਰੀ ਬਣਾਓ। ਅਜਿਹੇ ਦੇ ਵਿੱਚ ਜਦੋਂ ਸੁਖਜਿੰਦਰ ਰੰਧਾਵਾ ਦੇ ਨਾਂ ਤੇ ਮੋਹਰ ਲੱਗਣ ਲੱਗੀ ਤਾਂ ਉਹ ਗੁੱਸੇ ਤੱਕ ਹੋ ਗਏ ਔਰ ਇਹ ਘਟਨਾਕ੍ਰਮ ਵੀ ਜਗਜ਼ਾਰ ਸੀ। ਪਰ ਆਖਿਰ ਬਾਅਦ ਦੇ ਵਿੱਚ ਜਾ ਕੇ ਨਵਜੋਤ ਸਿੰਘ ਸਿੱਧੂ ਫਿਰ ਉਹੀ ਬਿਆਨ ਦਿੰਦੇ ਨੇ ਕਿ ਮੈਨੂੰ ਅਹੁਦੇ ਨਹੀਂ ਚਾਹੀਦੇ। ਪਰ ਕਾਂਗਰਸ ਦੇ ਅੰਦਰੂਨੀ ਜਿਹੜੇ ਸੋਰਸਸ ਨੇ ਜਾਂ ਲੀਡਰਸ਼ਿਪ ਉਹ ਦੱਸਦੀ ਹੈ ਕਿ ਨਵਜੋਤ ਸਿੰਘ ਸਿੱਧੂ ਲਗਾਤਾਰ ਡਿਮਾਂਡ ਕਰਦੇ ਰਹੇ ਨੇ ਇਸ ਤਰ੍ਹਾਂ ਦੀ। ਪ੍ਰਧਾਨਗੀ ਨੂੰ ਲਾ ਕੇ ਤੁਸੀਂ ਦੇਖੋ, ਜਦੋਂ ਉਹਨਾਂ ਨੂੰ ਪਾਵਰ ਮਿਨਿਸਟਰ ਦੇ ਤੌਰ ਤੇ ਜੁਆਇਨ ਕਰ ਲਈ ਕਿਹਾ ਗਿਆ, ਉਹਨਾਂ ਨੇ ਨਹੀਂ ਕੀਤਾ, ਪਰ ਜਦੋਂ ਪ੍ਰਧਾਨ ਬਣਾਇਆ ਗਿਆ ਤਾਂ ਝੱਟ ਉਹਨਾਂ ਨੇ ਜੁਆਇਨ ਕਰ ਲਿਆ। ਤਾਂ ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਅਹੁਦਾ ਜਿਹੜਾ ਹੈਗਾ ਨਹੀਂ ਚਾਹੁੰਦੇ, ਅਹੁਦਾ ਤਾਂ ਤੁਸੀਂ ਚਾਹੁੰਦੇ ਹੋ, ਇਹ ਸਪਸ਼ਟ ਤੌਰ ਤੇ ਆ। ਦੇਖੋ ਹੁਣ ਤੁਸੀਂ ਆ ਜਾਓ, ਚੰਨੀ ਸਰਕਾਰ ਬਣੀ, ਹਫ਼ਤਾ ਕੁ ਵਧੀਆ ਠੀਕ ਰਿਹਾ, ਉਸ ਤੋਂ ਬਾਅਦ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਕਿਉਂਕਿ ਇਸ ਤਰ੍ਹਾਂ ਦੇ ਵੀ ਸਵਾਲ ਉੱਠਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਸ਼ਾਇਦ ਇਹ ਲੱਗਦਾ ਸੀ ਕਿ ਕੋਈ ਵੀ ਡਿਸੀਜਨ ਲੈਣਾ ਹੈ ਤਾਂ ਉਹਨਾਂ ਦੇ ਚਰਚਾ ਦੇ ਨਾਲ, ਉਹਨਾਂ ਦੀ ਸਹਿਮਤੀ ਦੇ ਨਾਲ ਲਿਆ ਜਾਵੇ। ਪਰ ਜਿਹੜੇ ਅਗਰ ਤੁਸੀਂ ਕਾਂਗਰਸ ਦੇ ਆਗੂਆਂ ਦੀ ਜਾਂ ਕੈਬਨਿਟ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਕਿ ਦੋਨੇ ਚੀਜ਼ਾਂ ਵੱਖ-ਵੱਖ ਨੇ। ਪ੍ਰਧਾਨ ਨੇ ਚਲਾਉਣੀ ਹੈ ਪਾਰਟੀ, ਮੁੱਖ ਮੰਤਰੀ ਨੇ ਚਲਾਉਣੀ ਹੈ ਸਰਕਾਰ। ਪ੍ਰਧਾਨ ਸਰਕਾਰ ਦੀ ਜਿਹੜੀ ਕੰਮਕਾਜ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਨੇ। ਏਜੀ ਨੇ ਸਿੱਧਾ ਇਲਜ਼ਾਮ ਲਾ ਦਿੱਤਾ ਤੇ ਇਸ ਕਰਕੇ ਇਸ ਮਸਲੇ ਦਾ ਹੱਲ ਹੁੰਦਾ ਨਜ਼ਰ ਫਿਲਹਾਲ ਨਹੀਂ ਆ ਰਿਹਾ ਕਿਉਂਕਿ ਮਸਲਾ ਉਲਝੇ ਹੀ ਇੰਨਾ। ਜੇਕਰ ਪਾਰਟੀ ਪ੍ਰਧਾਨ ਕਹੇਗਾ ਕਿ ਮੈਂ ਸਰਕਾਰ ਦੇ ਕੰਮ ਦੇ ਵਿੱਚ ਸਿੱਧਾ ਦਖਲ ਕਰਨਾ ਜਿਸ ਤਰ੍ਹਾਂ ਦਾਅਵਾ ਕੀਤਾ ਜਾ ਰਿਹਾ ਤਾਂ ਫਿਰ ਉਹ ਸ਼ਾਇਦ ਸੰਭਵ ਨਹੀਂ ਹੋ ਸਕੇਗਾ। ਇਸ ਕਰਕੇ ਲੱਗਦਾ ਕਿ ਇਹ ਕਲੇਸ਼ ਖਤਮ ਹੋਣ ਦੀ ਥਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਧ ਸਕਦਾ ਹੈ। ਜੀ ਬਿਲਕੁਲ ਨਪਿੰਦਰ, ਦੂਸਰੇ ਪਾਸੇ ਕਹਿੰਦੇ ਕਿ ਮਸਲਾ ਉਲਝਿਆ ਇੰਨਾ ਨਹੀਂ, ਸ਼ਾਇਦ ਉਲਝਾਇਆ ਜਾ ਰਿਹਾ ਕਿਤੇ ਨਾ ਕਿਤੇ। ਲੋਕ ਵੀ ਇਸ ਗੱਲ ਤੋਂ ਹੈਰਾਨ ਨੇ ਔਰ ਲੋਕ ਜਿਵੇਂ ਕਿ ਜਿਸ ਦਿਨ ਹਰ ਰੋਜ਼ ਨਵੀਂ ਸਵੇਰ ਹੁੰਦੀ ਆ ਤਾਂ ਸ਼ਾਇਦ ਲੋਕ ਮਨਾਂ ਦੇ ਵਿੱਚ ਇਹ ਗੱਲ ਚੱਲੇਗੀ ਅੱਜ ਪਤਾ ਨਹੀਂ ਕਿਹੜਾ ਸਿਆਸੀ ਭੁਚਾਲ ਜਿਹੜਾ ਪੰਜਾਬ ਕਾਂਗਰਸ ਦੇ ਵਿੱਚ ਦੇਖਣ ਨੂੰ ਮਿਲੇਗਾ ਕਿਉਂਕਿ ਜਦ ਤੱਕ ਆਪਣੀ ਸਹਿਮਤੀ ਨਹੀਂ ਬਣ ਪਾਉਂਦੀ, ਜਦ ਤੱਕ ਆਪਸ ਦੇ ਵਿੱਚ ਇੱਕ ਲੈਵਲ ਦੇ ਉੱਪਰ, ਇੱਕ ਗਰਾਊਂਡ ਦੇ ਉੱਪਰ ਆ ਕੇ ਬਿਆਨਬਾਜ਼ੀ ਨਹੀਂ ਹੁੰਦੀ ਔਰ ਆਪਣੀ ਸਰਕਾਰ ਦੇ ਵਿੱਚ ਕਿਸ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਉਸ ਚੀਜ਼ ਨੂੰ ਲੈ ਕੇ ਕੋਈ ਵੀ ਜਿਹੜਾ ਪ੍ਰੋਟੋਕਾਲ ਫੋਲੋ ਨਹੀਂ ਕੀਤਾ ਜਾਂਦਾ, ਅਜਿਹੇ ਦੇ ਵਿੱਚ ਜਿਹੜੇ ਸੂਬੇ ਦੇ ਬਾਕੀ ਪੈਂਡਿੰਗ ਕੰਮ ਨੇ ਉਹ ਕਿਵੇਂ ਹੋਣਗੇ? ਜਦੋਂ ਜੇਕਰ ਕੋਈ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਮੂਹਰੋਂ ਨੂੰ ਟਾਰਗੇਟ ਕੀਤਾ ਜਾਂਦਾ, ਉਸ ਦੇ ਉੱਪਰ ਹਮਲਾ ਕੀਤਾ ਜਾਂਦਾ। ਤਾਂ ਅਜਿਹੇ ਦੇ ਵਿੱਚ ਗੱਲ ਇਹ ਵੀ ਆਉਂਦੀ ਹੈ ਕਿ ਤੁਸੀਂ ਸਾਬਿਤ ਕੀ ਕਰਨਾ ਚਾਹੁੰਦੇ ਹੋ, ਉਹ ਤੁਹਾਡੇ ਜ਼ਿਹਨ ਦੇ ਵਿੱਚ ਕੀ ਚੱਲ ਰਿਹਾ ਔਰ ਉੱਪਰੋਂ ਗੱਲ ਕਹੀ ਜਾਂਦੀ ਹੈ ਕਿ ਪਾਰਟੀ ਦੇ ਵਿੱਚ ਸਭ ਕੁਝ ਠੀਕ ਹੈ ਔਰ ਪੰਜਾਬ ਕਾਂਗਰਸ ਦੇ ਇੰਚਾਰਜ ਦੀ ਗੱਲ ਕੀਤੀ ਜਾਵੇ, ਪੰਜਾਬ ਮਾਮਲਾ ਦੇ ਇੰਚਾਰਜ ਦੀ ਗੱਲ ਕੀਤੀ ਜਾਵੇ ਤਾਂ ਉਹ ਜਦੋਂ ਪੰਜਾਬ ਤੋਂ ਬਾਹਰ ਚਲੇ ਜਾਂਦੇ ਨੇ ਤਾਂ ਉੱਥੇ ਇੱਕ ਜੁੜਦਾ ਦਾ ਕਿਤੇ ਨਾ ਕਿਤੇ ਪ੍ਰਧਾਨ ਦੇ ਵੱਲੋਂ ਔਰ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਇੱਕ ਦੂਜੇ ਦਾ ਹੱਥ ਫੜ ਕੇ ਜੱਫੀਆਂ ਪਾ ਕੇ ਫੋਟੋ ਵੀ ਖਿਚਾਈ ਜਾਂਦੇ ਨੇ। ਤਾਂ ਪੰਜਾਬ ਦੀ ਜਿਸ ਤਰੀਕੇ ਨਾਲ ਹਵਾ ਦੇ ਵਿੱਚ ਆਉਣ ਦੇ ਸਾਰ ਹੀ ਅਜਿਹਾ ਕੀ ਹੋ ਜਾਂਦਾ, ਇਸ ਗੱਲ ਦਾ ਵੀ ਅਸੀਂ ਜਵਾਬ ਲਵਾਂਗੇ। ਸਾਡੇ ਨਾਲ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਇਸ ਵੇਲੇ ਬਰਿੰਦਰ ਢਿੱਲੋਂ ਜੁੜ ਰਹੇ ਨੇ। ਤਾਂ ਢਿੱਲੋਂ ਸਾਹਿਬ ਸਵਾਗਤ ਹੈ, ਤੁਸੀਂ ਵੀ ਪ੍ਰਧਾਨ ਹੋ ਪੰਜਾਬ ਯੂਥ ਕਾਂਗਰਸ ਦੇ ਔਰ ਇੱਕ ਪ੍ਰਧਾਨ ਨੇ ਪਾਰਟੀ ਦੇ ਨਵਜੋਤ ਸਿੰਘ ਸਿੱਧੂ ਔਰ ਕਿਤੇ ਨਾ ਕਿਤੇ ਉਹਨਾਂ ਨੇ ਵੱਲੋਂ ਅੱਜ ਫੇਰ 12 ਜਿਹੜੇ ਬੈਕ ਟੂ ਬੈਕ ਟਵੀਟ ਕੀਤੇ ਗਏ ਨੇ, ਅੱਗੇ ਤਾਂ ਇੱਕ ਦੋ ਟਵੀਟ ਉਹਨਾਂ 'ਚ 12 ਟਵੀਟ ਕੀਤੇ ਗਏ ਨੇ ਔਰ ਸਵਾਲ ਕਿਤੇ ਨਾ ਕਿਤੇ ਖੜੇ ਕੀਤੇ ਗਏ ਨੇ AGAPS ਦਿਓ ਨੂੰ, ਪਰ ਇੰਡਾਇਰੈਕਟਲੀ ਸਵਾਲ ਇਹ ਵੀ ਖੜਾ ਕੀਤਾ ਗਿਆ ਕਿ ਉਹਨਾਂ ਦੀ ਨਿਯੁਕਤੀ ਕਿਹਨਾਂ ਨੇ ਕਰਵਾਈ ਹੈ ਔਰ ਜਿਨ੍ਹਾਂ ਨੇ ਨਿਯੁਕਤੀ ਕੀਤੀ ਆ ਉਹਨਾਂ ਦੇ ਵੱਲੋਂ ਆਪਣੇ ਸਿਆਸੀ ਹਿੱਤਾਂ ਦੇ ਲਈ ਉਹਨਾਂ ਦੀ ਨਿਯੁਕਤੀ ਕੀਤੀ ਗਈ। ਡਾਇਰੈਕਟਲੀ ਇਨਡਾਇਰੈਕਟਲੀ ਕਹਿ ਲਈ ਆਪਾਂ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਇਆ ਗਿਆ। ਦੇਖੋ, ਪ੍ਰਧਾਨ ਨੇ ਅਗਰ ਕੋਈ ਸਵਾਲ ਚੱਕੇ ਆ ਉਹਨਾਂ ਨੂੰ ਆਪਾਂ ਇੰਨਾ ਸੈਂਸੇਸ਼ਨਲਾਈਜ਼ ਕਿਉਂ ਕਰ ਦਈਦਾ? ਜੰਗ ਜਾਰੀ ਹੋ ਗਈ ਜੀ, ਤਾਬੜਤੋੜ ਹਮਲੇ ਕਰ ਦਿੱਤੇ ਗਏ, 12 ਟਵੀਟ ਕਰ ਦਿੱਤੇ ਗਏ। ਡੈਮੋਕ੍ਰੇਸੀ ਦੇ ਵਿੱਚ ਮਸਲਿਆਂ ਨੂੰ ਚੱਕਣਾ, ਭਾਵੇਂ ਆਪਣੀ ਪਾਰਟੀ ਹੋਵੇ ਭਾਵੇਂ ਬਗਾਨੀ ਪਾਰਟੀ ਹੋਵੇ, ਮਸਲਿਆਂ ਦੇ ਉੱਤੇ ਗੱਲ ਕਰਨਾ। ਔਰ ਇਹ ਮਸਲਾ ਨਹੀਂ ਹੁੰਦਾ ਵੀ ਇੱਕ ਮਸਲੇ ਦੇ ਉੱਤੇ ਅਗਰ ਉਹਨਾਂ ਦੀ ਨਹੀਂ ਵਿਚਾਰ ਮਿਲ ਰਹੇ ਤੇ ਬਾਕੀ ਮਸਲਿਆਂ ਤੇ ਵੀ ਨਹੀਂ ਮਿਲਣਗੇ। ਇੱਕ ਮਸਲੇ ਨੂੰ ਆਪਾਂ, ਇੱਕ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਵਾ, ਉਸ ਮੁੱਦੇ ਨੂੰ ਨਹੀਂ ਡਾਇਲਿਊਟ ਹੋਣ ਦਿੱਤਾ ਜਾਇਆ ਜਾ ਸਕਦਾ। ਸਰਕਾਰ ਬਣੀ ਆ ਉਸ ਮੁੱਦੇ ਦੇ ਉੱਤੇ,
ਔਰ ਉਹਦੇ ਵਿੱਚ ਕੋਈ ਵੀ ਕਟਾਈ ਨਹੀਂ ਕੀਤੀ ਜਾ ਸਕਦੀ। ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਜਦੋਂ ਲੋਕਾਂ ਨੇ ਸਵਾਲ ਪੁੱਛਣੇ ਆ ਤੇ ਘੱਟੋ ਘੱਟ ਇਸ ਗੱਲ ਦੀ ਜਵਾਬਦੇਹੀ ਤਾਂ ਹੋਊਗੀ ਨਾ, ਵੀ ਕੋਈ ਕਹਿਣਗੇ ਤੁਸੀਂ ਉਦੋਂ ਕਿਉਂ ਨਹੀਂ ਬੋਲੇ, ਜਦੋਂ ਤੁਸੀਂ ਮੀਡੀਆ ਵਾਲੇ ਤੁਸੀਂ ਵੀ ਸਵਾਲ ਚੁੱਕਦੇ ਹੋ, ਤੁਸੀਂ ਉਦੋਂ ਕੈਬਨਿਟ 'ਚ ਨਹੀਂ ਬੋਲੇ, ਤੁਸੀਂ ਉਦੋਂ ਨਹੀਂ ਬੋਲੇ। ਸੋ ਮੁੱਦਿਆਂ ਦੇ ਉੱਤੇ ਅਗਰ ਕੋਈ ਗੱਲਾਂ ਰੱਖੀਆਂ ਜਾ ਰਹੀਆਂ, ਉਹਨੂੰ ਜੰਗ ਦਾ ਰੂਪ ਨਾ ਦਿੱਤਾ ਜਾਵੇ। ਵਰਿੰਦਰ, ਜੰਗ ਦੀ ਗੱਲ ਮੀਡੀਆ ਜਾਂ ਹੋਰ ਨਹੀਂ ਕਰ ਰਿਹਾ, ਜੰਗ ਦੀ ਗੱਲ ਉਹਨਾਂ ਸ਼ਬਦਾਂ ਦੇ ਵਿੱਚ ਆ ਰਿਹਾ ਜਿਸ ਲਹਿਜੇ ਦੇ ਵਿੱਚ ਇਹ ਟਵੀਟ ਕੀਤੇ ਗਏ। ਨੰਬਰ 1 ਗੱਲ। ਨੰਬਰ 2 ਗੱਲ ਦਾ ਜ਼ਿਕਰ ਕਰੀਏ, ਟਾਈਮਿੰਗ ਦੇ ਉੱਪਰ ਸਵਾਲ ਹੋ ਰਹੇ ਨੇ। ਜਦੋਂ ਵੀ ਕੋਈ ਵੱਡਾ ਐਲਾਨ ਹੋਣ ਜਾ ਰਿਹਾ ਹੁੰਦਾ ਉਸ ਤੋਂ ਠੀਕ ਪਹਿਲਾਂ ਇਹ ਟਵੀਟ ਆਉਂਦੇ ਨੇ। ਉਸ ਦਿਨ ਗੱਲ ਕੀਤੀ ਜਾਵੇ ਤਾਂ ਜਿੱਦਣ 3 ਰੁਪਏ ਜਿਹੜਾ ਰੇਟ ਘਟਾਇਆ ਗਿਆ ਸੀ ਬਿਜਲੀ ਦਾ, ਉਸ ਦਿਨ ਥੋੜੀ ਦੇਰ ਪਹਿਲਾਂ ਹੀ ਲੋਲੀਪੌਪ ਦੇਣ ਦੀ ਗੱਲ ਕੀਤੀ ਗਈ ਸੀ। ਉਸ ਦਿਨ ਕਿਹਾ ਗਿਆ ਸੀ ਕਿਉਂ ਚੋਣਾਂ ਵੇਲੇ ਹੀ ਐਲਾਨ ਕੀਤੇ ਜਾਂਦੇ ਨੇ। ਅੱਜ ਜਦੋਂ ਗੱਲ ਆ ਰਹੀ ਹੈ ਕਿ ਕਿਤੇ ਨਾ ਕਿਤੇ ਡੀਜ਼ਲ ਪੈਟਰੋਲ ਦੇ ਰੇਟ ਘਟ ਸਕਦੇ ਨੇ ਔਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਹੋ ਸਕਦਾ, ਉਸ ਤੋਂ ਪਹਿਲਾਂ ਵੀ ਟਵੀਟ ਆਏ ਨੇ। ਗੱਲ ਟਾਈਮਿੰਗ ਦੀ ਹੋ ਰਹੀ ਹੈ। ਬਿਲਕੁਲ, ਇਹ ਤੁਹਾਡੀ ਇੰਟਰਪ੍ਰੀਟੇਸ਼ਨ ਆ ਨਾ ਕਿ ਪੋਲਿਟਿਕਸ ਟਾਈਮਿੰਗ ਦੇ ਹਿਸਾਬ ਨਾਲ ਹੋਊਗੀ, ਮੁੱਦੇ ਟਾਈਮਿੰਗ ਦੇ ਹਿਸਾਬ ਨਾਲ ਚੱਕੇ ਜਾਣਗੇ ਕਿ ਮੁੱਦੇ। ਇਹ ਤੁਹਾਡੀ ਸਾਰਿਆਂ ਦੀ ਇੰਟਰਪ੍ਰੀਟੇਸ਼ਨ ਆ ਨਾ। ਇਹ ਤੁਸੀਂ ਇਹਨੂੰ ਜਿਵੇਂ ਡੀਕੋਡ ਕਰਨਾ ਚਾਹੁੰਦੇ ਹੋ ਤੁਸੀਂ ਡੀਕੋਡ ਕਰੋ, ਲੇਕਿਨ ਇਹ ਤਾਂ ਨਹੀਂ ਹੋ ਸਕਦਾ ਵੀ ਅੱਜ ਇੱਕ ਮੁੱਦਾ ਆ ਚੱਕਿਆ ਗਿਆ ਵੀ ਅੱਜ ਆ ਮੁੱਦਾ ਆ ਰਿਹਾ ਜੀ, ਅੱਜ ਮੁੱਦਾ ਨਾ ਚੁੱਕੋ। ਤੁਸੀਂ ਤਾਂ ਇੱਕ ਤਰ੍ਹਾਂ ਤੋਂ ਰਾਜਨੀਤਿਕ ਪਾਰਟੀ ਵਾਂਗੂ ਗੱਲ ਕਰ ਰਹੇ ਹੋ ਵੀ ਰਾਜਨੀਤਿਕ ਪਾਰਟੀਆਂ ਸੋਚ ਸਕਦੀਆਂ ਵਾ, ਲੇਕਿਨ ਤੁਸੀਂ ਨਹੀਂ ਕੀ ਤੁਹਾਨੂੰ ਲੱਗਦਾ ਜਿਸ ਤਰੀਕੇ ਦੇ ਨਾਲ ਪਾਰਟੀ ਦੇ ਪ੍ਰਧਾਨ ਗੱਲ ਕਰ ਰਹੇ ਨੇ, ਸਵਾਲ ਪੁੱਛ ਰਹੇ ਨੇ ਕਿ ਉਹਨਾਂ ਦੀ ਭੂਮਿਕਾ ਵਿਰੋਧੀ ਧਿਰ ਦੀ ਨਹੀਂ? ਤੁਸੀਂ ਮੀਡੀਆ ਨੂੰ ਤਾਂ ਕਹਿ ਰਹੇ ਹੋ ਜਿਸ ਤਰੀਕੇ ਨਾਲ ਪਾਰਟੀ ਦੇ ਪ੍ਰਧਾਨ ਕੰਮ ਕਰ ਰਹੇ ਨੇ, ਆਪਣੀ ਸਰਕਾਰ ਦੇ ਉੱਪਰ ਸਵਾਲ ਚੁੱਕ ਰਹੇ ਨੇ, ਉਹ ਕੰਮ ਵਿਰੋਧੀ ਧਿਰ ਦਾ ਹੁੰਦਾ, ਨਾ ਕਿ ਪਾਰਟੀ ਦੇ ਪ੍ਰਧਾਨ ਦਾ। ਇਹ ਕੌਣ ਡਿਸਾਈਡ ਕਰਦਾ ਵੀ ਉਹ ਵਿਰੋਧੀ ਧਿਰ ਦਾ ਹੁੰਦਾ? ਅਗਰ ਡੈਮੋਕ੍ਰੇਸੀ ਦੀ ਅੱਜ ਦੇ ਸਮੇਂ 'ਚ ਗੱਲ ਕਰ ਰਹੇ ਆ, ਤੁਸੀਂ ਉਹ ਕਹਿੰਦੇ ਹੁੰਦੇ ਨਾ ਉਦੋਂ ਚੁੱਪਚਾਪ ਵਾਲਾ ਪ੍ਰਧਾਨ ਆ ਗਿਆ, ਇਹ ਤਾਂ ਬਿਲਕੁਲ ਬੋਲਣ ਵਾਲਾ ਹੀ ਪ੍ਰਧਾਨ ਨਹੀਂ ਸੀ, ਉਦੋਂ ਕੈਬਨਿਟ 'ਚ ਨਹੀਂ ਬੋਲੇ। ਅੱਜ ਅਗਰ ਡੈਮੋਕ੍ਰੇਸੀ ਦੀ ਇਹੀ ਗੱਲ ਹੁੰਦੀ ਆ ਵੀ ਆਪਣੀ ਪਾਰਟੀਆਂ ਦੇ ਵਿੱਚ ਵੀ ਇੱਕ ਸਿਸਟਮ ਹੋਵੇ ਜਿਹਦੇ ਵਿੱਚ ਸਵਾਲ ਚੱਕੇ ਜਾਣ। ਅੱਜ ਅੱਗੇ ਉਹ ਬੰਦ ਕਮਰਿਆਂ 'ਚ ਹੁੰਦੇ ਸੀ, ਅੱਜ ਕੱਲ ਉਹ ਸ਼ਰੇਆਮ ਚੱਲਣ ਲੱਗ ਪਏ ਆ। ਠੀਕ ਹੈ ਅਗਰ ਤੁਹਾਡੀ ਗੱਲ ਮੈਂ ਮੰਨਦਾ, ਅਗਰ ਵਰਿੰਦਰ ਤੁਹਾਡੀ ਗੱਲ ਮੈਂ ਮੰਨ ਵੀ ਲਵਾਂ ਇੱਕ ਮਿੰਟ ਦੇ ਲਈ, ਤਾਂ ਕੀ ਇਹ ਗੱਲ ਇਨਡਾਇਰੈਕਟਲੀ ਅਸੀਂ ਮੰਨ ਲਈਏ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਕੈਬਨਿਟ ਜਾਂ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਉਸ ਦੇ ਉੱਪਰ ਸਵਾਲੀਆ ਨਿਸ਼ਾਨ ਲਗਾ ਰਹੇ ਨੇ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਤਾਂ ਜਿਹੜੇ ਫੈਸਲੇ ਲਏ ਜਾਂਦੇ ਨੇ ਕੈਬਨਿਟ ਦੇ ਵੱਲੋਂ, ਜਿਹੜੀਆਂ ਨਿਯੁਕਤੀਆਂ ਕੀਤੀਆਂ ਜਾਂਦੀਆਂ ਉਹ ਗਲਤ ਹੋ ਰਹੀਆਂ ਨੇ? ਮੈਂ ਤੁਹਾਨੂੰ ਉਹੀ ਕਹਿਣਾ ਨਾ, ਇਹ ਤਾਂ ਇਸ ਗੱਲ ਦੀ ਜਸਟੀਫਿਕੇਸ਼ਨ ਤੁਸੀਂ ਤੇ ਮੈਂ ਜਾਂ ਕੋਈ ਹੋਰ ਨਹੀਂ ਦੇ ਸਕਦਾ। ਨਵਜੋਤ ਸਿੱਧੂ ਦੀ ਨਜ਼ਰ ਵਿੱਚ ਉਹ ਗਲਤ ਹੋ ਰਿਹਾ ਵਾ, ਠੀਕ ਹੈ। ਨਵਜੋਤ ਸਿੱਧੂ ਨੂੰ ਅਗਰ ਕਿਤੇ ਗਲਤੀ ਲੱਗ ਰਹੀ ਆ, ਜਿਹੜਾ ਅਲਟੀਮੇਟ ਜਿਹੜਾ ਉਹਨਾਂ ਨੇ ਇੱਕ ਸਵਾਲ ਚੱਕਿਆ, ਮੰਨਣਾ ਨਹੀਂ ਮੰਨਣਾ ਸੀਐਮ ਦੀ ਮਰਜ਼ੀ ਆ, ਔਰ ਅਲਟੀਮੇਟਲੀ ਦੋਵੇਂ ਰਿਸਪੌਂਸੀਬਲ ਆ ਸਰਕਾਰ ਵਾਸਤੇ। ਅਗਰ ਨੁਕਸਾਨ ਕਿਤੇ ਪਾਰਟੀ ਨੂੰ ਹੋਊਗਾ ਤੇ ਉਹਦੇ ਖਮਿਆਜੇ ਵੀ ਇਹਨਾਂ ਸਾਰਿਆਂ ਨੂੰ ਹੀ ਭੁਗਤਣੇ ਪੈਣਗੇ ਨਾ। ਸਾਡੀ ਪਾਰਟੀ ਦੇ ਵਿੱਚ ਅਗਰ ਮੰਨ ਲਓ ਪ੍ਰਧਾਨ ਦਾ ਕਿਸੇ ਗੱਲ ਦਾ ਕਹਿਣ ਦਾ ਚੱਕਰ ਨਾਲ ਨੁਕਸਾਨ ਹੁੰਦਾ, ਸਾਨੂੰ ਸਿਆਸੀ ਖਮਿਆਜੇ ਭੁਗਤਣੇ ਪੈਣਗੇ, ਉਹ ਸਾਡੇ ਨੁਕਸਾਨ ਆ ਨਾ, ਉਹ ਸਾਡੀ ਪਾਰਟੀ। ਪਰ ਦੂਸਰੇ ਪਾਸੇ ਵਰਿੰਦਰ ਸਮਾਂ ਨਹੀਂ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ ਸੀ ਉਸ ਤੋਂ ਬਾਅਦ ਬਹੁਤ ਥੋੜਾ ਸਮਾਂ ਬਚਿਆ ਹੋਇਆ, ਕਿਉਂਕਿ ਪੰਜਾਬ ਦੇ ਲੋਕ ਇਹ ਗੱਲ ਜਾਣਨਾ ਚਾਹੁੰਦੇ ਨੇ ਕਿ ਜਿਹੜੇ ਲੋਕਾਂ ਦੇ ਮੁੱਦਿਆਂ ਦੀ ਗੱਲ ਹੋਏਗੀ ਜਾਂ ਫਿਰ ਆਪਸ ਦੇ ਵਿੱਚ ਕਾਟੋ-ਕਲੇਸ਼ ਚੱਲਦਾ ਰਹੇਗਾ। ਲੋਕਾਂ ਦੇ ਮੁੱਦਿਆਂ ਦੀ ਗੱਲ ਤਾਂ ਹੋ ਰਹੀ ਹੈ, ਪੈਟਰੋਲ ਡੀਜ਼ਲ ਦੀ ਕੀਮਤਾਂ ਦੀ ਗੱਲ ਹੋ ਰਹੀ ਆ, ਬਿਜਲੀ ਦੀ ਗੱਲ ਹੋ ਰਹੀ ਆ, ਲੋਕਾਂ ਨੂੰ ਮਾਲਕਾਨਾ ਹੱਕ ਦੇਣ ਦੀ ਗੱਲ ਹੋ ਰਹੀ ਆ, ਡਰੱਗਸ ਦੇ ਉੱਤੇ ਗੱਲ ਹੋ ਰਹੀ ਆ, ਸੈਕਰੇਜਿਸ ਦੇ ਉੱਤੇ ਗੱਲ ਹੋ ਰਹੀ ਆ। ਤੁਸੀਂ ਇਸ ਗੱਲ ਨੂੰ ਤਾਂ ਸਮਝੋ ਨਾ। ਸਾਰੇ ਬਿਲਕੁਲ ਆਪਾਂ ਸਾਰੇ ਇਸ ਚੀਜ਼ ਨੂੰ ਐ ਵੇਖਣ ਲੱਗ ਪੈਂਦੇ ਸ਼ਾਇਦ ਨਵਜੋਤ ਸਿੱਧੂ ਕੋਈ ਕੁਰਸੀ ਤੇ ਲੈਣਾ ਚਾਹੁੰਦੇ। ਤੁਸੀਂ ਇਹ ਮਨਸ਼ਾਵਾਂ ਤੁਸੀਂ ਉਹ ਇੰਟਰਪ੍ਰੇਟ ਕਰ ਰਹੇ ਹੋ ਨਾ ਕਿ ਨਵਜੋਤ ਸਿੱਧੂ ਕਹਿ ਰਿਹਾ ਮੈਂ ਮੁੱਖ ਮੰਤਰੀ ਬਣਨਾ ਚਾਹੁੰਦਾ। ਇਹ ਤੁਹਾਡੀਆਂ ਸਾਰਿਆਂ ਦੀ ਇੰਟਰਪ੍ਰੀਟੇਸ਼ਨਸ ਆ ਨਾ। ਅਗਰ ਪਾਰਟੀ ਦੇ ਵਿੱਚ ਇੱਕ ਪਾਰਦਰਸ਼ਤਾ ਦੀ ਗੱਲ ਕਰ ਰਿਹਾ, ਪ੍ਰਧਾਨ ਆਪਣਾ ਫਰਜ਼ ਨਿਭਾ ਰਿਹਾ ਵਾ ਜਾਂ ਉਹ ਗੱਲਾਂ ਹੋ ਰਹੀਆਂ ਵਾ, ਠੀਕ ਹੈ, ਇੰਟਰਪ੍ਰੀਟੇਸ਼ਨ ਕਿਸੇ ਵੀ ਤਰੀਕੇ ਮੈਂ ਨਹੀਂ ਇਹ ਕਹਿ ਰਿਹਾ ਵੀ ਮੈਂ ਐਜ਼ ਅ ਪਾਰਟੀ ਯੂਥ ਕਾਂਗਰਸ ਦਾ ਪ੍ਰਧਾਨ, ਮੇਰਾ ਫਰਜ਼ ਹੈ ਆਪਣੇ ਪ੍ਰਧਾਨ ਨੂੰ ਡਿਫੈਂਡ ਕਰਨਾ, ਮੁੱਖ ਮੰਤਰੀ ਨੂੰ ਡਿਫੈਂਡ ਕਰਨਾ, ਆਪਣੇ ਪਾਰਟੀ ਦੇ ਲੀਡਰ ਨੂੰ ਡਿਫੈਂਡ ਕਰਨਾ, ਲੇਕਿਨ ਉਹ ਉਹਨਾਂ ਦੀਆਂ ਮਨਸ਼ਾਵਾਂ ਵਾ। ਪਰ ਦੂਸਰੇ ਪਾਸੇ ਵਰਿੰਦਰ ਤੁਸੀਂ ਬਣ ਰਹੇ ਹੋ ਸਾਡੇ ਸਹਿਯੋਗੀ ਵੀ ਨਪਿੰਦਰ ਬਰਾੜ ਵੀ ਜੁੜ ਰਹੇ ਨੇ, ਉਹ ਵੀ ਤੁਹਾਡੇ ਨਾਲ ਗੱਲਬਾਤ ਕਰਨਗੇ। ਪਰ ਮੈਂ ਇੱਕ ਸਵਾਲ ਲੈਣਾ ਚਾਹੁੰਦਾ, ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਆਪਸ ਦੇ ਵਿੱਚ ਸਹਿਮਤੀ ਨਹੀਂ ਹੋ ਪਾਉਂਦੀ, ਤਾਂ ਕੀ ਉਹ ਸਹਿਮਤੀ ਤੁਹਾਡੀ ਆਪਸ ਦੇ ਵਿੱਚ ਨਹੀਂ ਬਣਦੀ ਉਹ ਜੱਗ ਜ਼ਾਹਰ ਕਰਨਾ ਟਵੀਟ ਦੇ ਰਾਹੀਂ ਪੂਰੀ ਦੁਨੀਆ ਨੂੰ ਦੱਸਣਾ ਜ਼ਰੂਰੀ ਹੈ, ਜਾਂ ਫਿਰ ਆਪਸ ਦੇ ਵਿੱਚ ਬੈਠ ਕੇ ਵੀ ਗੱਲਬਾਤ ਕਰ ਸਕਦੇ ਨੇ ਉਹ ਮੁੱਖ ਮੰਤਰੀ ਦੇ ਨਾਲ? ਮੇਰੇ ਤੋਂ ਪੁੱਛ ਰਹੇ ਹੋ? ਹਾਂਜੀ, ਤੁਹਾਡੇ ਤੋਂ ਪੁੱਛ ਰਹੇ ਹਾਂ। ਦੇਖੋ, ਪਾਰਦਰਸ਼ਤਾ ਦੀ ਤੁਸੀਂ ਗੱਲ ਕਰਦੇ ਹੋ ਨਾ, ਡੈਮੋਕ੍ਰੇਸੀ ਦੇ ਵਿੱਚ ਤੁਸੀਂ ਵੀ ਬੜੇ ਪੜ੍ਹੇ ਲਿਖੇ ਜਰਨਲਿਸਟ ਹੋ, ਨਰਪਿੰਦਰ ਜੀ ਵੀ ਪੜ੍ਹੇ ਲਿਖੇ ਆ, ਤੁਸੀਂ ਸਾਰੇ ਪਾਰਦਰਸ਼ਤਾ ਦੀ ਗੱਲ ਕਰਦੇ ਹੋ ਨਾ, ਤੁਸੀਂ ਸਾਰੇ ਟਰਾਂਸਪੇਰੈਂਸੀ ਦੀ ਗੱਲ ਕਰਦੇ ਹੋ ਨਾ। ਅਗਰ ਕਮਰਿਆਂ ਦੇ ਵਿੱਚ ਇਹ ਇੱਕ ਨਵੀਂ ਚੀਜ਼ ਹੈ ਜਿਹੜੀ ਸਾਨੂੰ ਨੌਜਵਾਨਾਂ ਨੂੰ ਵੇਖਣ ਨੂੰ ਮਿਲਦੀ ਹੈ ਵੀ ਤੁਸੀਂ ਓਪਨਲੀ ਅਗਰ ਕਿਤੇ ਕੋਈ ਸਹਿਮਤੀ ਨਹੀਂ ਬਣ ਰਹੀ, ਤੁਸੀਂ ਪਬਲਿਕ ਫੋਰਮ 'ਚ ਵੀ ਉਹ ਗੱਲਾਂ ਲੈ ਕੇ ਜਾਓ ਔਰ ਆਪਣੇ ਸਟੈਂਡ ਸਪਸ਼ਟ ਕਰੋ। ਸੋ ਠੀਕ ਆ, ਸਹਿਮਤੀਆਂ ਅਗਰ ਨਹੀਂ ਬਣਨੀਆਂ ਕੋਈ ਮਾੜੀ ਕੰਮ ਨਹੀਂ ਆ। ਅਗਰ ਕਿਸੇ ਜਾਊਗੀ, ਕਾਂਗਰਸ ਇਲੈਕਸ਼ਨ ਲੜੂਗੀ, ਮੁੱਖ ਮੰਤਰੀ ਸਾਡੇ ਚੰਨੀ ਆ ਉਹ ਲੜਨਗੇ, ਇਹ ਸਾਰੀਆਂ ਇੰਟਰਪ੍ਰੀਟੇਸ਼ਨਾਂ ਜਿਹੜੇ ਲੋਕ ਕਰਦੇ ਆ ਵੀ ਨਹੀਂ ਜੀ ਇਹ ਤਾਂ ਲੜਾਈ ਹੋ ਗਈ, ਐਵੇਂ ਹੋ ਗਿਆ, ਉਹ ਉਹਨਾਂ ਦੇ ਮੂੰਹੋਂ ਨਿਕਲੀਆਂ ਗੱਲਾਂ ਨਹੀਂ ਆ।
ਇਹ ਤੁਹਾਡੇ ਸਾਰਿਆਂ ਦੀ ਬਣਾਈਆਂ ਹੋਈਆਂ ਗੱਲਾਂ ਜਾਂ ਇੱਕ ਇੰਟਰਪ੍ਰੀਟੇਸ਼ਨਸ ਆ, ਜਾਂ ਕੀ ਪਤਾ ਇਹਨਾਂ ਦੇ ਵਿੱਚ ਕੋਈ ਸੱਚਾਈ ਵੀ ਹੋਵੇ, ਲੇਕਿਨ ਇਹਨੂੰ ਇੰਟਰਪ੍ਰੀਟ ਕਰਨਾ ਲੋਕਾਂ ਨੇ ਵੀ ਠੀਕ ਹੈ ਵਰਿੰਦਰ ਤੁਸੀਂ ਬਣ ਰਹੋ, ਵਰਿੰਦਰ ਤੁਸੀਂ ਬਣ ਰਹੋ। ਮੈਂ ਸਾਡੇ ਸਹਿਯੋਗੀ ਨਪਿੰਦਰ ਬਰਾੜ ਨੂੰ ਵੀ ਜੋੜ ਰਿਹਾ। ਨਪਿੰਦਰ, ਤਾਂ ਹਾਸਿਓ ਹੀ ਨਹੀਂ ਗੱਲ ਮੇਰੇ ਹਿਸਾਬ ਨਾਲ ਤਾਂ ਲੱਗ ਰਿਹਾ ਜਿਹੜੇ ਯੂਥ ਪ੍ਰਧਾਨ ਕਹਿ ਰਹੇ ਨੇ ਕਿ ਜਿਹੜੀ ਇੰਟਰਪ੍ਰੀਟੇਸ਼ਨ ਉਹ ਮੀਡੀਆ ਵੱਲੋਂ ਕੀਤੀ ਜਾ ਰਹੀ ਹੈ, ਜਦਕਿ ਮੀਡੀਆ ਕੁਝ ਨਹੀਂ ਕਰ ਰਿਹਾ। ਖੁਦ ਟਵੀਟ ਟੂ ਟਵੀਟ ਬੈਕ ਤੋਂ ਬੈਕ ਜਿਹੜੇ ਬਿਆਨ ਆ ਰਹੇ ਨਵਜੋਤ ਸਿੱਧੂ ਦੇ ਆ ਰਹੇ ਨੇ, ਔਰ ਉਲਟਾ ਵਰਿੰਦਰ ਢਿੱਲੋਂ ਕਹਿ ਰਹੇ ਨੇ ਕਿ ਅਸੀਂ ਆਪਣੇ ਵੱਲੋਂ ਕਰ ਰਹੇ ਹਾਂ। ਓਵਰ ਟੂ ਯੂ ਨਪਿੰਦਰ। ਢਿੱਲੋਂ ਸਾਹਿਬ ਮੇਰੀ ਆਵਾਜ਼, ਢਿੱਲੋਂ ਸਾਹਿਬ ਨੂੰ ਮੇਰੀ ਆਵਾਜ਼ ਮਿਲ ਪਾ ਰਹੀ ਹੈ? ਵਰਿੰਦਰ ਜੀ ਤੁਹਾਨੂੰ ਆਵਾਜ਼ ਮਿਲ ਰਹੀ ਹੈ ਨਾ ਮੇਰੀ? ਆ ਰਹੀ ਜੀ, ਆ ਰਹੀ ਜੀ, ਆ ਰਹੀ। ਮੈਂ ਭੁੱਲਰ ਸਾਹਿਬ ਨੂੰ ਕਹਿ ਰਿਹਾ ਹੱਥ ਨਹੀਂ ਹੋਣ। ਢਿੱਲੋਂ ਸਾਹਿਬ ਵੈਸੇ ਤਾਂ ਬੜਾ ਸੋਹਣਾ ਬੋਲਦੇ ਹੋ, ਬੜਾ ਸੋਹਣਾ ਬਚਾਅ ਕਰਦੇ ਹੋ। ਢਿੱਲੋਂ ਸਾਹਿਬ ਬੜਾ ਸੋਹਣਾ ਬੋਲਦੇ ਹੋ, ਬੜਾ ਵਧੀਆ ਲੱਗਦਾ ਜਦੋਂ ਬਚਾਅ ਕਰਦੇ ਹੋ, ਪਰ ਕਈ ਵਾਰੀ ਮੈਨੂੰ ਲੱਗਦਾ ਤੁਹਾਡਾ ਆਪਦਾ ਵੀ ਹਾਸਾ ਨਿਕਲ ਜਾਂਦਾ ਹੋਣਾ ਇੰਨਾ ਬਚਾਅ ਕਰਦੇ ਆ। ਸੱਚ ਇਹੀ ਹੈ, ਔਰ ਸੱਚ ਹੈ ਕਿ ਉਹ ਤੁਹਾਨੂੰ ਵੀ ਪਤਾ ਸਿੱਧੇ ਤੌਰ ਤੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ। ਦੇਖੋ ਰਵਨੀਤ ਬਿੱਟੂ ਨੇ ਜਿਸ ਤਰ੍ਹਾਂ ਕਿਹਾ ਸੀ ਕਿ ਕਿਸੇ ਦੀ ਇੱਕ ਨਾਲ ਨਾ ਬਣੇ, ਕਿਸੇ ਦੀ ਦੋ ਨਾਲ ਨਾ ਬਣੇ, ਕਿਸੇ ਦੀ ਤਿੰਨ ਨਾਲ ਨਾ ਬਣੇ, ਚਾਰ ਨਾਲ ਨਾ ਬਣੇ, ਤੁਹਾਡੀ ਬਣਦੀ ਕਿਸੇ ਨਾਲ ਨਹੀਂ। ਤਾਂ ਰਵਨੀਤ ਬਿੱਟੂ ਵੀ ਤਾਂ ਤੁਹਾਡੇ ਕਾਂਗਰਸੀ ਆਗੂ ਨੇ ਨਾ, ਤੁਹਾਡੇ ਐਮਪੀ ਨੇ ਨਾ, ਤਾਂ ਕੀ ਤੁਸੀਂ ਰਵਨੀਤ ਬਿੱਟੂ ਦੀ ਇਸ ਗੱਲ ਨਾਲ ਸਹਿਮਤੀ ਨਹੀਂ ਜਤਾਉਂਦੇ? ਕੀ ਤੁਹਾਨੂੰ ਨਹੀਂ ਲੱਗਦਾ ਕਿ ਵਾਕਈ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨਾਲ ਨਹੀਂ ਬਣੀ, ਉਸ ਤੋਂ ਬਾਅਦ ਤੁਹਾਨੂੰ ਮਹਿਕਮਾ ਜਿਹੜਾ ਦਿੱਤਾ ਤੁਹਾਨੂੰ ਮਹਿਕਮਾ ਪਸੰਦ ਨਹੀਂ ਆਇਆ, ਉਸ ਤੋਂ ਬਾਅਦ ਤੁਹਾਨੂੰ ਪ੍ਰਧਾਨ ਬਣਾ ਦਿੱਤਾ ਗਿਆ, ਉਸ ਤੋਂ ਬਾਅਦ ਤੁਹਾਨੂੰ ਨਵਾਂ ਮੁੱਖ ਮੰਤਰੀ ਬਣਾ ਕੇ ਦਿੱਤਾ, ਉਹ ਪਸੰਦ ਨਹੀਂ ਆਇਆ, ਤੁਹਾਨੂੰ ਕੈਬਨਿਟ ਪਸੰਦ ਨਹੀਂ ਆਈ, ਤੁਹਾਨੂੰ ਏਜੀ ਡੀਜੀ ਪਸੰਦ ਨਹੀਂ ਆਏ, ਤੁਹਾਨੂੰ ਹੋਰ ਮੁੱਦੇ ਪਸੰਦ ਨਹੀਂ ਆਏ, ਤਾਂ ਤੁਹਾਨੂੰ ਕੀ ਲੱਗਦਾ ਹਲੇ ਵੀ ਇਹ ਸਾਰਾ ਘਟਨਾਕ੍ਰਮ ਮੀਡੀਆ ਨੇ ਕ੍ਰੀਏਟ ਕੀਤਾ? ਢਿੱਲੋਂ ਸਾਹਿਬ ਤੇ ਤੁਸੀਂ ਸਾਡੇ ਸਿਰ ਪਾ ਕੇ ਨਹੀਂ ਨਾ ਨਿਕਲ ਸਕਦੇ। ਢਿੱਲੋਂ ਸਾਹਿਬ ਸਾਡੇ ਸਿਰ ਪਾ ਕੇ ਨਹੀਂ ਨਿਕਲ ਸਕਦੇ। ਭਟਕਦੇ ਕਿਉਂ ਹੋ? ਕੀ ਉਹ ਜਿਹੜਾ ਮੁੱਦਾ ਚੁੱਕ ਰਿਹਾ ਉਹ ਗਲਤ ਆ? ਕੀ ਉਹ ਮੁੱਦਾ ਜਿਹੜਾ ਚੁੱਕਿਆ ਜਾ ਰਿਹਾ ਵਾ, ਆਪਾਂ ਮੁੱਦੇ ਦੇ ਉੱਤੇ ਰਹੀਏ ਨਾ। ਇੰਡੀਵਿਜੂਅਲੀ ਮੇਰੇ ਵਾਸਤੇ ਨਵਜੋਤ ਸਿੱਧੂ ਮੈਟਰ ਨਹੀਂ ਕਰਦੇ, ਮੇਰੇ ਵਾਸਤੇ ਉਹ ਪੀਸੀਸੀ ਪ੍ਰਧਾਨ ਆ। ਇੰਡੀਵਿਜੂਅਲੀ ਉਹਨਾਂ ਦੀ ਕਿਸੇ ਨਾਲ ਬਣੇ ਨਾ ਬਣੇ ਮੈਨੂੰ ਫਰਕ ਨਹੀਂ ਪੈਂਦਾ। ਚਲੋ ਤੁਹਾਡੇ ਨਾਲ ਸਹਿਮਤ ਆ, ਤੁਹਾਡੇ ਨਾਲ ਸਹਿਮਤ ਆ। ਢਿੱਲੋਂ ਸਾਹਿਬ ਇੱਕ ਮਿੰਟ, ਇੱਕ ਚੀਜ਼ ਦਾ ਹੋਰ ਜਵਾਬ ਦਿਓ। ਢਿੱਲੋਂ ਸਾਹਿਬ ਮੈਂ ਇੱਕ ਚੀਜ਼ ਦਾ ਹੋਰ ਜਵਾਬ ਦਿਓ। ਉਹਨਾਂ ਨੇ ਜਿਹੜੀ ਰੈਜ਼ਿਗਨੇਸ਼ਨ ਦਿੱਤੀ, ਜਿਹੜਾ ਉਹਨਾਂ ਨੇ ਰੈਜ਼ਿਗਨੇਸ਼ਨ ਦਿੱਤੀ ਉਹ ਗਲਤ ਦਿੱਤੀ। ਮੈਂ ਉਹਨਾਂ ਦੇ ਇਸ ਸਟੈਂਡ ਨਾਲ ਮੈਂ ਪਬਲਿਕਲੀ ਤੁਹਾਨੂੰ ਕਹਿ ਰਿਹਾ ਉਹ ਗਲਤ ਸੀ ਉਹਨਾਂ ਦਾ ਫੈਸਲਾ। ਅਗਰ ਪਾਰਟੀ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਉਹਨਾਂ ਨੂੰ ਨਿਭਾਉਣੀ ਚਾਹੀਦੀ ਸੀ। ਲੇਕਿਨ ਮੈਂ ਮੁੱਦੇ ਦੇ ਉੱਤੇ ਗੱਲ ਕਰ ਰਿਹਾ। ਅਗਰ ਉਹ ਮੁੱਦਾ ਗਲਤ ਚੁੱਕ ਰਿਹਾ ਤੇ ਮੈਂ ਉਹਦੇ ਤੇ ਕਹੂੰਗਾ ਵੀ ਇਹ ਗਲਤ ਚੁੱਕ ਰਿਹਾ। ਕੀ ਸੈਕਰੇਲੇਜਸ ਦਾ ਮੁੱਦਾ ਗਲਤ ਆ? ਕੀ ਉਹਦੇ ਵਿੱਚ ਕੋਈ ਇਸ਼ੂ ਕ੍ਰੀਏਟ ਕਰਨਾ ਗਲਤ ਆ? ਜਿਸ ਦਿਨ ਨਾਲੇ ਵੀ ਕਹਿ ਦਿੰਦਾ ਲਾਸਟ ਗੱਲ ਬਰਾੜ ਸਾਹਿਬ, ਲਾਸਟ ਗੱਲ ਉਹਦੇ ਵਿੱਚ ਮੈਂ ਕਹਿੰਦਾ ਅਗਰ ਇਹ ਪ੍ਰੈਰੋਗੇਟਿਵ ਸੀਐਮ ਦਾ ਵਾ ਵੀ ਉਹਨਾਂ ਨੇ ਕਿਹਨੂੰ ਐਡਵੋਕੇਟ ਜਨਰਲ ਲਾਣਾ, ਕਿਹਨੂੰ ਉਹਨਾਂ ਨੇ ਡੀਜੀਪੀ ਲਾਣਾ। ਅਗਰ ਪ੍ਰਧਾਨ ਨੂੰ ਨਹੀਂ ਪਸੰਦ ਆ ਰਿਹਾ ਜਾਂ ਪ੍ਰਧਾਨ ਨੂੰ ਕੋਈ ਇਸ਼ੂ ਲੱਗ ਰਿਹਾ ਉਹਦੇ ਅੰਦਰ, ਅਲਟੀਮੇਟ ਫੈਸਲਾ ਇਹ ਸੀਐਮ ਦਾ ਵਾ ਔਰ ਉਹ ਫੈਸਲਾ ਸੀਐਮ ਦਾ ਸਭ ਨੂੰ ਮੰਨਣਾ ਚਾਹੀਦਾ ਵਾ। ਅਗਰ ਉਹ ਨਹੀਂ ਮੰਨ ਰਹੇ ਇਸ ਫੈਸਲੇ ਨੂੰ, ਉਹ ਕਹਿਣਗੇ ਵੀ ਨਹੀਂ ਮੈਂ ਨਹੀਂ ਮੰਨਦਾ, ਤੇ ਫਿਰ ਉੱਥੇ ਸਿੱਧੂ ਸਾਹਿਬ ਗਲਤ ਆ। ਲੇਕਿਨ ਮੈਂ ਮੁੱਦੇ ਤੋਂ ਆਪਾਂ ਨਾ ਭਟਕੀਏ। ਇੰਡੀਵਿਜੂਅਲੀ ਬਿੱਟੂ ਨੇ ਕੀ ਕਿਹਾ, ਇੰਡੀਵਿਜੂਅਲੀ ਵਰਿੰਦਰ ਨੇ ਕੀ ਕਿਹਾ, ਨਰਪਿੰਦਰ ਨੇ ਕੀ ਕਿਹਾ, ਮੈਟਰ ਨਹੀਂ ਕਰਦਾ। ਆਪਾਂ ਮੁੱਦੇ ਦੀ ਗੱਲ ਕਰੀਏ। ਅਗਰ ਮੁੱਦਾ ਸੈਕਟਰੀ ਦਾ ਚੱਕਣਾ ਗਲਤ ਆ ਤੇ ਫਿਰ ਮੇਰੇ ਹਿਸਾਬ ਨਾਲ ਤੁਸੀਂ ਵੀ ਮੁੱਦਾ ਚੁੱਕਦੇ ਰਹੇ ਹੋ, ਤੁਸੀਂ ਵੀ ਇਨਸਾਫ ਦੀ ਗੱਲ ਕਰਦੇ ਰਹੇ ਹੋ। ਇਨਸਾਫ ਦੀ ਗੱਲ ਕਰਨਾ ਕੋਈ ਗਲਤ ਗੱਲ ਨਹੀਂ। ਸਾਹਿਬ ਤੁਹਾਨੂੰ ਯਾਦ ਹੈ ਰਵਨੀਤ ਬਿੱਟੂ ਨੇ ਇੱਕ ਹੋਰ ਗੱਲ ਕਹੀ ਸੀ, ਰਵਨੀਤ ਬਿੱਟੂ ਨੇ ਇੱਕ ਹੋਰ ਗੱਲ ਕਹੀ। ਚਲੋ ਸਾਹਿਬ ਸੁਣ ਲਓ ਹੁਣ ਇੱਕ ਸਵਾਲ ਹੋਰ ਸੁਣ ਲਓ। ਰਵਨੀਤ ਬਿੱਟੂ ਨੇ ਇੱਕ ਗੱਲ ਹੋਰ ਕਹੀ ਸੀ, ਕਹਿੰਦੇ ਕਿਸੇ ਬੰਦੇ ਦੀ ਆਦਤ ਹੁੰਦੀ ਹੈ ਜਲੇਬੀਆਂ 'ਚ ਰੇਤਾ ਪਾਉਣ ਦੀ। ਤਾਂ ਹੁਣ ਉਸ ਗੱਲ ਤੇ ਆਪਾਂ ਆ ਜਾਂਦੇ ਆ। ਜਿਸ ਦਿਨ ਕੈਬਨਿਟ ਮੰਤਰੀ ਉਹਦਾ ਸੰਭਾਲ ਰਹੇ ਸੀ ਉਦਣ ਤੁਹਾਡੇ ਪ੍ਰਧਾਨ ਸਾਹਿਬ ਨੇ ਅਸਤੀਫਾ ਬੰਬ ਸੁੱਟਿਆ, ਸਾਰਿਆਂ ਦੇ ਮੂੰਹ ਦਾ ਸਵਾਦ ਖਰਾਬ ਕੀਤਾ। ਉਸ ਦਿਨ ਕਿੱਥੇ ਕੁਰਸੀਆਂ ਸੰਭਾਲਣ ਦੀਆਂ ਖਬਰਾਂ ਚੱਲਣੀਆਂ ਸੀ ਤੇ ਪ੍ਰਧਾਨ ਸਾਹਿਬ ਦੇ ਅਸਤੀਫੇ ਦੀਆਂ ਚੱਲੀਆਂ। ਉਸ ਤੋਂ ਬਾਅਦ ਬਿਜਲੀ 3 ਰੁਪਏ ਪ੍ਰਤੀ ਯੂਨਿਟ ਸਸਤੀ ਕੀਤੀ ਚੰਨੀ ਸਰਕਾਰ ਨੇ, ਉਹਨਾਂ ਨੇ ਉਹਦੀ ਤਾਰੀਫ ਨਹੀਂ ਕੀਤੀ, ਉਹਨੂੰ ਲੋਲੀਪੌਪ ਦੱਸਿਆ। ਤੀਜਾ ਤੁਸੀਂ ਹੁਣ ਲੈ ਲਓ, ਅੱਜ ਉਮੀਦ ਹੈ ਕਿ ਕੋਈ ਨਾ ਕੋਈ ਵੱਡਾ ਐਲਾਨ ਸਰਕਾਰ ਆ ਜਿਹੜੀ ਉਹ ਕਰ ਸਕਦੀ ਹੈ ਤੇ ਨਵਜੋਤ ਸਿੰਘ ਸਿੱਧੂ ਹੋਣੀ ਏਪੀਐਸ ਦਿਓਲ ਹੋਰਾਂ ਨੂੰ ਲੈ ਕੇ ਵੱਡੇ ਹਮਲੇ ਕਰਦੇ ਨੇ। ਤਾਂ ਫਿਰ ਰਵਨੀਤ ਬਿੱਟੂ ਦੇ ਉਸ ਬਿਆਨ ਨੂੰ ਤੁਸੀਂ ਯਾਦ ਨਹੀਂ ਕਰ ਰਹੇ? ਤੁਹਾਨੂੰ ਨਹੀਂ ਲੱਗਦਾ ਕਿ ਵਾਕਈ ਜਦੋਂ ਸਰਕਾਰ ਦੇ ਕੰਮ ਦੀ ਤਾਰੀਫ ਕਰਨ ਦਾ ਟਾਈਮ ਆਉਂਦਾ ਤਾਂ ਤੁਹਾਡੇ ਪ੍ਰਧਾਨ ਸਾਹਿਬ ਉਦੋਂ ਵੀ ਵੱਡੇ ਨੁਕਸ ਕੱਢਦੇ ਨੇ? ਸ਼ਾਇਦ ਵਿਰੋਧੀ ਧਿਰ ਨੂੰ ਇੰਨੇ ਬਿਆਨ ਦੇਣੇ ਨਹੀਂ ਪੈਂਦੇ ਜਿੰਨੇ ਤੁਹਾਡੇ ਪ੍ਰਧਾਨ ਸਾਹਿਬ ਦਿੰਦੇ ਨੇ। ਜੀ ਢਿੱਲੋਂ ਸਾਹਿਬ, ਮੈਂ ਤੁਹਾਨੂੰ ਕਹਿ ਰਿਹਾ ਸ਼ਾਇਦ ਤੁਹਾਡੇ ਵਾਸਤੇ ਵੀ ਇਹ ਨਵਾਂ ਦੌਰ ਆ, ਸਾਡੇ ਵਾਸਤੇ ਵੀ ਨਵਾਂ ਦੌਰ ਆ। ਇੱਕ ਵੋਕਲ ਪ੍ਰਧਾਨ ਹੈਗਾ। ਅਗਰ ਮਤਲਬ ਟਾਈਮਿੰਗ ਵੇਖ ਕੇ ਕਰਨ ਵੀ ਅੱਜ ਜੀ ਵੱਡਾ ਐਲਾਨ ਹੋ ਰਿਹਾ ਤੇ ਅੱਜ ਆਹ ਮੁੱਦਾ ਨਹੀਂ ਚੱਕਿਆ ਜਾ ਸਕਦਾ, ਅੱਜ ਆਹ ਐਲਾਨ ਹੋ ਰਿਹਾ ਅੱਜ ਆਹ ਮੁੱਦਾ ਨਹੀਂ ਚੱਕਿਆ ਜਾ ਸਕਦਾ। ਮੁੱਦੇ ਤੁਸੀਂ ਮੁੱਦਿਆਂ ਦੇ ਵਿੱਚ ਕਿਆ ਕੋਇਨਸੀਡੈਂਸ ਹੈ ਢਿੱਲੋਂ ਸਾਹਿਬ, ਕਿਆ ਕੋਇਨਸੀਡੈਂਸ ਹੈ? ਹਮੇਸ਼ਾ ਹੀ ਇਦਾਂ ਹੋ ਰਿਹਾ। ਇਹ ਤੁਹਾਡੀ ਇੰਟਰਪ੍ਰੀਟੇਸ਼ਨਸ ਆ ਨਾ, ਇਹ ਤੁਹਾਡੀਆਂ
32 ਦਿਨਾਂ ਦੇ ਵਿੱਚ ਇੱਕ ਬੰਦੇ ਨੇ ਮੁੱਦੇ ਚੁੱਕਣੇ। ਅੱਜ ਉਹ ਟਾਈਮਿੰਗ ਵੇਖਣ ਵੀ ਨਹੀਂ ਅੱਜ ਲੋਕ ਟਾਈਮਿੰਗ ਸਭ ਆ ਵਾ ਤੇ ਅੱਜ ਜਾਣਦੇ ਟਾਈਮਿੰਗ ਆ ਕਰਦੀ ਹੈ। ਇਹ ਤਾਂ ਪ੍ਰੈਕਟੀਕਲ ਲੋਕ ਸਭ ਸਮਝਦੇ ਨੇ। ਨਹੀਂ, ਲੋਕ ਜਾਣਦੇ ਆ ਤੇ ਲੋਕ ਸਮਝ ਲੈਣਗੇ। ਆਪਾਂ ਉਹਨੂੰ ਜਜਮੈਂਟ ਨਾ ਪਾਸ ਕਰੀਏ ਨਾ। ਮੇਰਾ ਤਾਂ ਸਿਰਫ ਇੰਨੀ ਕੁ ਬੇਨਤੀ ਆ, ਲੋਕਾਂ ਨੇ ਜਜਮੈਂਟ ਪਾਸ ਕਰਨੀ ਅਲਟੀਮੇਟਲੀ ਬਾਈ। ਅਗਰ ਪਾਰਟੀ ਦਾ ਨੁਕਸਾਨ ਹੋ ਰਿਹਾ ਤਾਂ ਸਿੱਧੂ ਸਾਹਿਬ ਵੀ ਜ਼ਿੰਮੇਵਾਰ ਆ ਨਾ। ਅਗਰ ਪਾਰਟੀ ਹਾਰਦੀ ਹੈ ਤਾਂ ਕੀ ਸਿੱਧੂ ਸਾਹਿਬ ਜ਼ਿੰਮੇਵਾਰ ਨਹੀਂ ਆ, ਕੀ ਚੰਨੀ ਸਾਹਿਬ ਜ਼ਿੰਮੇਵਾਰ ਨਹੀਂ ਆ? ਦੋਵੇਂ ਬਕਾਇਦਾ ਬਰਾਬਰ ਦੇ ਸਟੇਕ ਹੋਲਡਰ ਆ। ਇੱਕ ਪ੍ਰਧਾਨ ਆ, ਇੱਕ ਮੁੱਖ ਮੰਤਰੀ ਆ। ਔਰ ਇਹਦੇ ਵਿੱਚ ਪਾਰਟੀ ਨੇ ਜਦੋਂ ਉਹ ਕਹਿ ਰਹੇ, ਸਿੱਧੂ ਸਾਹਿਬ ਕਹਿ ਰਹੇ ਵੀ ਅਸੀਂ ਇਕੱਠੇ ਜਾਵਾਂਗੇ ਇਲੈਕਸ਼ਨ ਵਿੱਚ, ਚੰਨੀ ਸਾਹਿਬ ਕਹਿ ਰਹੇ ਅਸੀਂ ਇਕੱਠੇ ਜਾਵਾਂਗੇ ਇਲੈਕਸ਼ਨ ਵਿੱਚ, ਲੇਕਿਨ ਅੱਜ ਇੱਕ ਨਵਾਂ ਦੌਰ ਚੱਲ ਰਿਹਾ ਜਿੱਥੇ ਸਵਾਲ ਆਪਣੀ ਪਾਰਟੀ ਦੇ ਪ੍ਰਧਾਨ ਹੀ ਆਪਣੀ ਸਰਕਾਰ ਤੇ ਚੱਕੇ ਜਾਂਦੇ ਆ। ਪਹਿਲਾਂ ਨਹੀਂ ਹੁੰਦਾ ਸੀ ਕਦੀ ਸੁਖਬੀਰ ਬਾਦਲ ਤੇ ਪਾਰਟੀ ਦੇ ਵਿੱਚ ਕੋਈ ਸਵਾਲ ਤਾਂ ਮੇਰੀ ਬਰਾੜ ਸਾਹਿਬ ਲਾਸਟ ਗੱਲ ਕੰਪਲੀਟ ਹੋਏ ਉਸ ਤੋਂ ਬਾਅਦ ਤੁਸੀਂ ਜ਼ਰੂਰ ਜਿੰਨੇ ਮਰਜ਼ੀ ਅਗਰ ਅਰਵਿੰਦ ਕੇਜਰੀਵਾਲ ਦੇ ਖਿਲਾਫ ਕੋਈ ਆਵਾਜ਼ ਚੁੱਕ ਸਕਦਾ ਉਹਨਾਂ ਦੀ ਪਾਰਟੀ, ਕੀ ਆਪਣਾ ਕਹਿੰਦਾ ਅਕਾਲੀ ਦਲ ਸੁਖਬੀਰ ਬਾਦਲ ਦੇ ਉਲਟ ਕੋਈ ਆਵਾਜ਼ ਚੁੱਕ ਸਕਦਾ ਉਹਨਾਂ ਦੀ ਪਾਰਟੀ? ਆਪਾਂ ਡੈਮੋਕ੍ਰੇਸੀ ਦੀ ਤੁਸੀਂ ਵੀ ਗੱਲਾਂ ਕਰਦੇ ਹੋ, ਤੁਸੀਂ ਪਾਰਦਰਸ਼ਤਾ ਦੀ ਗੱਲਾਂ ਕਰਦੇ ਹੋ। ਅਗਰ ਸਵਾਲ ਚੁੱਕੇ ਜਾ ਰਹੇ ਆ ਤੇ ਉਹਦੇ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ। ਮੁੱਦਾ ਗਲਤ ਆ ਤੇ ਉਹਦੇ ਵਿੱਚ ਜਿੰਨੇ ਫੈਸਲਾ ਕਰਨਾ ਅਲਟੀਮੇਟਲੀ ਉਹ ਫੈਸਲਾ, ਨਾਰਾਜ਼ ਹੋ ਕੇ ਬਹਿ ਜਾਣਾ ਉਹ ਗਲਤ ਆ, ਨਾਰਾਜ਼ ਹੋ ਕੇ ਕਹਿਣਾ ਵੀ ਮੈਂ ਦਫ਼ਤਰ ਨਹੀਂ ਸਾਂਭਣਾ ਉਹ ਗਲਤ ਆ, ਠੀਕ ਆ, ਉੱਥੇ ਉਹ ਗਲਤ ਆ। ਲੇਕਿਨ ਮੁੱਦਿਆਂ ਨੂੰ ਚੁੱਕਣਾ ਔਰ ਮੁੱਦਿਆਂ ਦੀ ਪੈਰਵਾਈ ਕਰਨਾ ਉਹ ਕੋਈ ਕੰਮ ਗਲਤ ਨਹੀਂ ਹੋ ਸਕਦਾ। ਢਿੱਲੋਂ ਸਾਹਿਬ ਕੀ ਇੱਕ ਛੋਟਾ ਜਿਹਾ ਸਵਾਲ ਹੋਰ ਕਿ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਲਗਾਤਾਰ ਕਹਿੰਦੇ ਨੇ ਕਿ ਮੈਂ ਕੋਈ ਅਹੁਦਾ ਮੰਗਦਾ ਨਹੀਂ, ਮੈਂ ਕਦੇ ਅਹੁਦਾ ਨਹੀਂ ਮੰਗਿਆ, ਮੈਂ ਤਾਂ ਅਹੁਦੇ ਛੱਡੇ ਨੇ, ਤਾਂ ਇੱਕ ਸੱਚੇ ਮਨ ਨਾਲ ਇੱਕ ਗੱਲ ਦਾ ਜਵਾਬ ਤੁਹਾਡੇ ਤੋਂ ਮੰਗਣਾ ਚਾਹੂੰਗਾ। ਸੱਚੀ ਬਿਲਕੁਲ ਸਪਸ਼ਟ ਜਵਾਬ ਦਿਆ ਜੇ ਕਿ ਵਾਕਈ ਇਸ ਗੱਲ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਮੀਡੀਆ ਕਹਿੰਦਾ ਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ, ਕੀ ਇਸ ਗੱਲ ਤੋਂ ਤੁਸੀਂ ਮੁਨਕਰ ਹੋ ਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦੇ ਸੀ? ਕੀ ਆਪਣੇ ਦਿਲ ਤੇ ਹੱਥ ਰੱਖ ਕੇ ਤੁਸੀਂ ਇਹ ਜਵਾਬ ਦੇ ਸਕਦੇ ਹੋ ਕਿ ਵਾਕਈ ਨਵਜੋਤ ਸਿੰਘ ਸਿੱਧੂ ਲੋਕਲ ਬੋਡੀ ਮਿਨਿਸਟਰੀ ਨਹੀਂ ਚਾਹੁੰਦੇ ਸੀ? ਕੀ ਨਵਜੋਤ ਸਿੰਘ ਸਿੱਧੂ ਹੁਣ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦੇ ਸੀ? ਤੁਸੀਂ ਇਸ ਗੱਲ ਨਾਲ ਤੁਸੀਂ ਹਲੇ ਵੀ ਠੋਕ ਕੇ ਕਹਿ ਸਕਦੇ ਹੋ ਕਿ ਏਦਾਂ ਤਾਂ ਜੀ ਕਦੇ ਹੋਇਆ ਹੀ ਨਹੀਂ? ਮੈਂ ਬਿਲਕੁਲ ਮੈਂ ਹਰ ਗੱਲ ਸੱਚੀ ਕਰਨਾ, ਬਿਲਕੁਲ ਬਣਨਾ ਚਾਹੁੰਦੇ ਸੀ ਮੁੱਖ ਮੰਤਰੀ। ਉਹ ਗਲਤ ਕੀ ਅਗਰ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ, ਅਗਰ ਅੱਜ ਮਤਲਬ ਹੁਣ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ ਹੁਣ ਚੁੱਪ ਕਰਕੇ ਬਹਿ ਜਾਣਾ। ਮੀਡੀਆ ਨੇ ਇਹ ਪਰਸੈਪਸ਼ਨ ਤਿਆਰ ਕੀਤੀ ਆ, ਇਹ ਤਾਂ ਤੁਸੀਂ ਨਹੀਂ ਮੀਡੀਆ ਜਿਹੜੀ ਇੰਟਰਪ੍ਰੀਟੇਸ਼ਨ ਅੱਜ ਜਦੋਂ ਮੁੱਦਾ ਚੁੱਕਦੇ ਆ ਮੀਡੀਆ ਇੰਟਰਪ੍ਰੀਟੇਸ਼ਨ ਚੱਕ ਲੈਂਦੀ ਵੀ ਮੁੱਖ ਮੰਤਰੀ ਨਹੀਂ ਬਣਾਇਆ ਤਾਂ ਕਰਕੇ ਮੁੱਦਾ ਚੁੱਕ ਰਿਹਾ। ਮੈਂ ਤੁਹਾਨੂੰ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਅਗਰ ਮੁੱਖ ਮੰਤਰੀ ਹੁੰਦੇ ਤਾਂ ਵੀ ਇਹ ਮੁੱਦਾ ਸੀ, ਉਹ ਚੱਕਣ ਨਾ ਚੱਕਣ ਤਾਂ ਵੀ ਇਹ ਮੁੱਦਾ ਸੀ। ਅਗਰ ਉਹ ਚੁੱਕ ਲੈਂਦੇ ਆ ਆਪਾਂ ਉਹਨੂੰ ਐ ਇੰਟਰਪ੍ਰੀਟ ਕਰਨ ਲੱਗ ਪੈਂਦੇ ਸ਼ਾਇਦ ਉਹ ਮੁੱਖ ਮੰਤਰੀ ਬਣਨਾ ਸੀ ਤਾਂ ਉਹ ਮੁੱਦਾ ਚੁੱਕ ਰਿਹਾ। ਲੇਕਿਨ ਇਹ ਮੁੱਦਾ ਹੈ, ਇਹ ਮੁੱਦਾ ਜਿੰਦਾ ਰਹਿਣਾ ਚਾਹੀਦਾ। ਇਹ ਨਵਜੋਤ ਸਿੱਧੂ ਜਿੰਦਾ ਰੱਖੇ, ਰਵਨੀਤ ਬਿੱਟੂ ਰੱਖੇ, ਵਰਿੰਦਰ ਢਿੱਲੋਂ ਰੱਖੇ, ਜੋ ਮਰਜ਼ੀ ਰੱਖੇ, ਇਹ ਮੁੱਦੇ ਦੇ ਉੱਤੋਂ ਨਹੀਂ ਭਟਕਣਾ ਦੇਣਾ ਚਾਹੀਦਾ ਆਪਾਂ ਨੂੰ। ਇਹ ਮੁੱਦਾ ਹੈਗਾ ਵਾ ਔਰ ਇਸ ਮੁੱਦੇ ਦੇ ਬਾਰੇ ਅਗਰ ਉਹ ਸਿੱਧੂ ਸਾਹਿਬ ਸਵਾਲ ਚੁੱਕ ਰਿਹਾ ਤੇ ਇਹ ਮੁੱਦਾ ਹੋਣਾ ਚਾਹੀਦਾ। ਠੀਕ ਹੈ ਤਾਂ ਬਿਲਕੁਲ ਨਰਿੰਦਰ ਆਖਰੀ ਸਵਾਲ ਤੁਹਾਡਾ ਲੈਣਾ ਚਾਹੁੰਦਾ। ਮੁੱਦੇ ਹੈਗੇ ਨੇ, ਮੁੱਦੇ ਪਹਿਲਾਂ ਵੀ ਸੀ, 4.5 ਸਾਲ ਵੀ ਮੁੱਦੇ ਸੀਗੇ, ਤਾਂ ਕੀ ਹੁਣ ਇਹ ਮੁੱਦਿਆਂ ਦਾ ਹੱਲ ਨਿਕਲੂਗਾ? ਆਖਰੀ ਸਵਾਲ ਤੁਹਾਨੂੰ। ਤੇ ਇਹ ਅਗਰ ਨਹੀਂ ਹੱਲ ਨਿਕਲੂਗਾ ਤਾਂ ਲੋਕ ਸਾਨੂੰ ਫੈਸਲਾ ਦੇ ਦੇਣਗੇ 22 ਦੇ ਵਿੱਚ, ਲੋਕ ਸਾਨੂੰ ਕੱਢ ਕੇ ਬਾਹਰ ਮਾਰਨਗੇ। ਸੋ ਇਹ ਮੁੱਦਿਆਂ ਦਾ ਹੱਲ ਨਿਕਲਣਾ ਹੀ ਜ਼ਰੂਰੀ ਹੈ। ਇਸੇ ਕਰਕੇ ਮੁੱਦੇ ਚੱਕੇ ਜਾਣਗੇ ਤਾਂ ਹੀ ਹੱਲ ਨਿਕਲੂਗਾ। ਇਹ ਕੋਈ ਘਰੇ ਬੈਠੇ ਮੁੱਦਿਆਂ ਦਾ ਹੱਲ ਨਹੀਂ ਹੋਣ ਵਾਲਾ। ਔਰ ਇਸ ਕਰਕੇ ਲੋਕਾਂ ਦੇ ਵਿੱਚ ਸਾਡੀ ਜਵਾਬਦੇਹੀ ਆ, ਪਾਰਦਰਸ਼ਤਾ ਵਾ, ਲੋਕਾਂ ਦੇ ਵਿੱਚ ਜਾ ਕੇ ਗੱਲ ਕਰਨੀ ਆ। ਜਦੋਂ ਜਾਵਾਂਗੇ ਕਚਹਿਰੀ ਦੇ ਵਿੱਚ ਲੋਕਾਂ ਨੂੰ ਜਵਾਬਦੇਹੀ ਹੋਵਾਂਗੇ। ਸੋ ਇਸ ਕਰਕੇ ਮੁੱਦੇ ਚੁੱਕਣੇ ਜ਼ਰੂਰੀ ਆ। ਮੇਰੇ ਹਿਸਾਬ ਨਾਲ ਹੱਲ ਹੋਊਗਾ। ਠੀਕ ਹੈ ਵਰਿੰਦਰ, ਬਹੁਤ ਧੰਨਵਾਦ। ਤਾਂ ਨਪਿੰਦਰ ਤੁਹਾਡਾ ਵੀ ਫਿਲਹਾਲ ਦੇ ਲਈ ਬਹੁਤ ਧੰਨਵਾਦ। ਤਾਂ ਇਹ ਸਨ ਵਰਿੰਦਰ ਢਿੱਲੋਂ ਜਿਹੜੇ ਕਿ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ। ਉਹਨਾਂ ਨੇ ਕਿਹਾ ਕਿ ਮੁੱਦਿਆਂ ਨੂੰ ਚੁੱਕਣਾ ਕੋਈ ਗਲਤ ਗੱਲ ਨਹੀਂ ਹੈ। ਜੇਕਰ ਨਵਜੋਤ ਸਿੰਘ ਸਿੱਧੂ ਟਵੀਟ ਕਰਕੇ ਆਪਣੀ ਸਰਕਾਰ ਦੇ ਉੱਪਰ ਹਮਲਾ ਵੀ ਬੋਲ ਰਹੇ ਨੇ ਜਾਂ ਸਵਾਲੀਆ ਨਿਸ਼ਾਨ ਲਗਾ ਰਹੇ ਨੇ ਤਾਂ ਉਹਨਾਂ ਦਾ ਉਹ ਸੰਵਿਧਾਨਿਕ ਹੱਕ ਹੈ। ਇਸ ਗੱਲ ਦਾ ਵੀ ਹਾਮੀ ਭਰਦੇ ਹੋਏ ਨਜ਼ਰ ਆਇਆ ਵਰਿੰਦਰ ਢਿੱਲੋਂ। ਤਾਂ ਉਹਨਾਂ ਨੇ ਨਾਲ ਹੀ ਕਿਹਾ ਕਿ ਕਿਸੇ ਨੂੰ ਵੀ ਸੰਵਿਧਾਨਿਕ ਹੱਕ ਹੈ ਕਿ ਉਹ ਆਪਣੇ ਜਿਹੜੀ ਆਵਾਜ਼ ਹੈ ਉਹ ਚੁੱਕ ਸਕਦਾ ਔਰ ਆਪਣਾ ਜਿਹੜਾ ਪੱਖ ਹੈ ਉਹ ਰੱਖ ਸਕਦਾ। ਉਹਨਾਂ ਨੇ ਕਿਹਾ ਕਿ ਪਾਰਟੀ ਇੱਕ ਗਰਾਊਂਡ ਦੇ ਉੱਪਰ ਕੰਮ ਕਰ ਰਹੀ ਹੈ, ਪਰ ਅਖੀਰ ਉਹਨਾਂ ਨੇ ਕਿਹਾ ਜਿਹੜਾ ਅੰਤਿਮ ਫੈਸਲਾ ਹੋਵੇਗਾ ਉਹ ਮੁੱਖ ਮੰਤਰੀ ਪੰਜਾਬ ਦਾ ਹੋਵੇਗਾ। ਪਰ ਜੇਕਰ ਉਹਨਾਂ ਨੇ ਕਿਹਾ ਕਿ ਆਪਸ ਦੇ ਵਿੱਚ ਇਦਾਂ ਦੇ ਸਵਾਲਾਂ ਜਵਾਬਾਂ ਦੇ ਨਾਲ ਜੇਕਰ ਮੁੱਦੇ ਹੱਲ ਨਹੀਂ ਹੁੰਦੇ ਤਾਂ ਇਸ ਦਾ ਖਾਮਿਆਜ਼ਾ ਵੀ ਜਿਹੜਾ ਹੈ ਉਹ ਪਾਰਟੀ ਨੂੰ ਭੁਗਤਣਾ ਪਵੇਗਾ ਔਰ ਨਾਲ ਹੀ ਉਸ ਦੀ ਜ਼ਿੰਮੇਵਾਰੀ ਜਿਹੜੀ ਹੋਵੇਗੀ ਉਹ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਔਰ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਦੀ ਹੋਵੇਗੀ ਔਰ ਲੋਕ ਇਸ ਗੱਲ ਦਾ ਫੈਸਲਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਰਨਗੇ। ਤਾਂ ਗੱਲ ਕਰਦੇ ਹਾਂ ਅਗਲੀ ਅਹਿਮ ਖਬਰ ਦੀ। ਕੈਬਨਿਟ ਦੇ ਵਿੱਚ ਅੱਜ ਅਹਿਮ ਫੈਸਲੇ ਲਏ ਜਾ ਸਕਦੇ ਨੇ, ਪਰ ਇਸ ਤੋਂ ਠੀਕ ਪਹਿਲਾਂ ਸਿੱਧੂ ਦੇ ਰਵੱਈਏ ਉੱਤੇ ਕਾਂਗਰਸੀ ਸੰਸਦ ਰਵਨੀਤ ਬਿੱਟੂ ਨੇ ਇੱਕ ਵਾਰ ਫਿਰ ਤੋਂ ਤੰਜ ਕੱਸਿਆ। ਉਹਨਾਂ ਨੇ ਕਿਹਾ ਕਿ ਪਹਿਲਾਂ ਸਿੱਧੂ ਨੂੰ ਖੁਸ਼ ਕਰ ਲਵੋ, ਫਿਰ ਲੋਕਾਂ ਦੀ ਭਲਾਈ ਲਈ ਰਾਹਤ ਸਕੀਮਾਂ ਦਾ ਐਲਾਨ ਕਰੋ, ਨਹੀਂ ਤਾਂ ਸਿੱਧੂ ਫਿਰ ਸਵਾਲ ਖੜੇ ਕਰਨਗੇ। ਤਾਂ ਫਿਰ ਇੱਕ ਵਾਰ ਤੰਜ ਭਰੇ ਲਹਿਜੇ ਦੇ ਵਿੱਚ ਰਵਨੀਤ ਬਿੱਟੂ ਦਾ ਬਿਆਨ ਸਾਹਮਣੇ ਆਇਆ, ਖਾਸ ਤੌਰ ਦੇ ਉੱਪਰ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਦੇ ਉੱਪਰ। ਉਹਨਾਂ ਨੇ ਕਿਹਾ ਕਿ ਸਿੱਧੂ ਦੇ ਰਵੱਈਏ ਦੇ ਉੱਪਰ ਕਾਂਗਰਸੀ ਸੰਸਦ ਰਵਨੀਤ ਬਿੱਟੂ ਨੇ ਤੰਜ ਕੱਸਦਿਆਂ ਹੋਇਆ ਇਹ ਗੱਲ ਕਹੀ। ਉਹਨਾਂ ਨੇ ਕਿਹਾ ਕਿ ਪਹਿਲਾਂ
ਸਿੱਧੂ ਨੂੰ ਖੁਸ਼ ਕਰ ਲਵੋ, ਮਤਲਬ ਕਿ ਕੈਬਨਿਟ ਮੀਟਿੰਗ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਖੁਸ਼ ਕਰ ਲਵੋ, ਫਿਰ ਲੋਕਾਂ ਦੀ ਭਲਾਈ ਦੇ ਲਈ ਰਾਹਤ ਸਕੀਮਾਂ ਦਾ ਐਲਾਨ ਕਰੋ, ਨਹੀਂ ਤਾਂ ਸਿੱਧੂ ਫਿਰ ਤੋਂ ਸਵਾਲ ਖੜੇ ਕਰਨਗੇ, ਕਹਿ ਰਹੇ ਨੇ ਮੌਜੂਦਾ ਸੰਸਦ ਰਵਨੀਤ ਬਿੱਟੂ। ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਉੱਪਰ ਇੱਕ ਵਾਰ ਫਿਰ ਤੰਜ ਭਰੇ ਲਹਿਜੇ ਦੇ ਵਿੱਚ ਉਹਨਾਂ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ। ਤਾਂ ਰਵਨੀਤ ਬਿੱਟੂ ਨੇ ਤੰਜ ਭਰੇ ਲਹਿਜੇ ਦੇ ਵਿੱਚ ਟਵੀਟ ਕੀਤਾ। ਟਵੀਟ ਕਰਕੇ ਕਿਹਾ ਗਿਆ ਕਿ ਪਹਿਲਾਂ ਸਿੱਧੂ ਨੂੰ ਖੁਸ਼ ਕਰ ਲਵੋ, ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਰਾਹਤ ਸਕੀਮਾਂ ਤੇ ਪੈਕੇਜ ਦਾ ਐਲਾਨ ਕਰਨਾ, ਨਹੀਂ ਤਾਂ ਸਿੱਧੂ ਫਿਰ ਤੋਂ ਸਰਕਾਰ ਨੂੰ ਸਵਾਲ ਕਰਨਗੇ। ਤਾਂ ਲਗਾਤਾਰ ਬੈਕ ਟੂ ਬੈਕ ਜਦੋਂ ਵੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਟਵੀਟ ਕੀਤਾ ਜਾਂਦਾ ਤਾਂ ਉਸ ਦੇ ਬਾਅਦ ਤੰਜ ਭਰੇ ਲਹਿਜੇ ਦੇ ਵਿੱਚ ਰਵਨੀਤ ਬਿੱਟੂ ਦੇ ਵੱਲੋਂ ਉਸ ਟਵੀਟ ਨੂੰ ਕਿਤੇ ਨਾ ਕਿਤੇ ਕੋਟ ਕਰਕੇ ਜਿਹੜਾ ਉਹ ਜਵਾਬ ਦਿੱਤਾ ਜਾਂਦਾ, ਟਵੀਟ ਕੀਤਾ ਜਾਂਦਾ। ਹੁਣ ਫਿਰ ਉਹਨਾਂ ਦੇ ਵੱਲੋਂ ਜਿਹੜਾ ਟਵੀਟ ਕੀਤਾ ਗਿਆ, ਉਹਨਾਂ ਨੇ ਕਿਹਾ ਕਿ ਪਹਿਲਾਂ ਸਿੱਧੂ ਨੂੰ ਖੁਸ਼ ਕਰ ਲਵੋ। ਇੱਕ ਵਾਰ ਫਿਰ ਤੋਂ ਰੁਕ ਕਰਦੇ ਸਾਡੇ ਸਹਿਯੋਗੀ ਪੰਕਜ ਕਪਾਹੀ ਜੁੜ ਰਹੇ ਨੇ ਸਾਡੇ ਨਾਲ ਫੋਨ ਲਾਈਨ ਤੇ। ਪੰਕਜ, ਤਾਂ ਇੱਕ ਨੂੰ ਚੁੱਪ ਕਰਾਉਣ ਦੀ ਗੱਲ ਹੁੰਦੀ ਆ ਤਾਂ ਦੋ ਹੋਰ ਆਵਾਜ਼ਾਂ ਸਾਹਮਣੇ ਆ ਜਾਂਦੇ ਨੇ ਪਾਰਟੀ ਦੇ ਵਿੱਚ, ਔਰ ਖਾਸ ਤੌਰ ਦੇ ਉੱਪਰ ਜਿੱਦਾਂ ਹੀ ਨਵਜੋਤ ਸਿੰਘ ਸਿੱਧੂ ਦਾ ਟਵੀਟ ਆਉਂਦਾ ਆਪਣੀ ਸਰਕਾਰ ਦੇ ਕੰਮਾਂ ਨੂੰ ਲੈ ਕੇ, ਉਸ ਤੋਂ ਬਾਅਦ ਠੀਕ ਥੋੜੀ ਦੇਰ ਬਾਅਦ ਹੀ ਰਵਨੀਤ ਬਿੱਟੂ ਤੰਜ ਭਰੇ ਲਹਿਜੇ ਦੇ ਵਿੱਚ ਟਵੀਟ ਕਰ ਦਿੰਦੇ ਨੇ। ਔਰ ਹੁਣ ਫਿਰ ਟਵੀਟ ਕੀਤਾ ਗਿਆ, ਉਹਨਾਂ ਨੇ ਕਿਹਾ ਕਿ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਖੁਸ਼ ਕਰ ਲਵੋ, ਬਾਕੀ ਦੇ ਲੋਕ ਭਲਾਈ ਦੇ ਕੰਮ ਸਰਕਾਰ ਬਾਅਦ 'ਚ ਕਰ ਲਵੇ। निश्चित तौर पर क्योंकि आज कैबिनेट की बैठक चल रही है, 1:30 बजे मुख्यमंत्री ने ऐलान जिहड़े ने वो कई सारे कर रहे हैं, लेकिन रवनीत सिंह बिट्टू होरां ने इस करके सवाल खड़े कीते ने कि जदों भी कोई अनाउंसमेंट जिहड़ी है वो सरकार वालों कीती जानी हुंदी है तो उस वेले नवजोत सिंह सिद्धू होरां दी कोई गल जिहड़ी वो निकल के सामने आती है, और इस वजह करके जिहड़ा है बाकायदा तौर पर जिहड़ी नाराजगी है वो हुण रवनीत सिंह बिट्टू होरां दी भी खुल के सामने आ रही है। और रवनीत सिंह बिट्टू ट्वीट के जरिए तंज जिहड़ा है वो नवजोत सिंह सिद्धू होरां दे उत्ते कस रहे ने, और इस गल का जिक्र कर रहे हैं कि सरकार अनाउंसमेंट तो करने तो पहला नवजोत सिंह सिद्धू होरां दे नाल गलबात कर लैन, किते अजिहा ना होवे कि सरकार पंजाब के लोगों का कोई मसला हल करने की कोशिश करे और दूसरे पासे नवजोत सिंह सिद्धू कोई अपनी होर नाराजगी लैके सामने आ जाए। ਬਿਲਕੁਲ ਪੰਕਜ, ਤਾਂ ਦੂਸਰੀ ਗੱਲ ਇੱਥੇ ਸਮਝਣ ਦੀ ਵੀ ਜ਼ਰੂਰਤ ਹੈ, ਕਿਉਂਕਿ ਜੇਕਰ ਪਾਰਟੀ ਪ੍ਰਧਾਨ ਦੇ ਕਿਰਦਾਰ ਦੀ ਗੱਲ ਕੀਤੀ ਜਾਵੇ, ਪਾਰਟੀ ਪ੍ਰਧਾਨ ਦੇ ਅਹੁਦੇ ਦੀ ਗੱਲ ਕੀਤੀ ਜਾਵੇ, ਤਾਂ ਪਰਿਵਾਰ ਦੇ ਵਿੱਚ ਇੱਕ ਤਰੀਕੇ ਦੇ ਨਾਲ ਉਹ ਕਿਸੇ ਮੁਖੀਏ ਤੋਂ ਘੱਟ ਨਹੀਂ ਹੁੰਦੀ, ਲਾਣੇਦਾਰ ਤੋਂ ਘੱਟ ਨਹੀਂ ਹੁੰਦੀ। ਤਾਂ ਅਜਿਹੇ ਦੇ ਵਿੱਚ ਕੀ ਕਾਰਨ ਹੈ ਕਿ ਉਸ ਮੁਖੀਆ ਦੇ ਖਿਲਾਫ, ਪਾਰਟੀ ਪ੍ਰਧਾਨ ਦੇ ਖਿਲਾਫ ਜਿਹੜੀ ਪਾਰਟੀ ਦੇ ਅੰਦਰ ਹੈ ਉਹ ਇਕਜੁੱਟਤਾ ਨਹੀਂ ਨਜ਼ਰ ਆ ਰਹੀ, ਸਾਰਿਆਂ ਦੇ ਆਪੋ ਆਪਣੇ ਵੱਖਰੇ ਸੁਰ ਨਜ਼ਰ ਆ ਰਹੇ ਨੇ? देखो कांग्रेस अमूमन ये चीज निकल के सामने आती रही है, जो सुनील जाखड़ कांग्रेस के प्रधान होंगे सी उस वेले नाराजगी जी है वो प्रताप सिंह बाजवा होरां दी रहिंदी सी या कई सारे होर लीडरां दी रहिंदी सी। मुख्यमंत्री जदों कैप्टन अमरिंदर सिंह सी उदों भी विधायकां दी नाराजगी जी वो रहिंदी सीगी। तां हुण सत्ता बदली और नाल ही नाल प्रधान बदले, लेकिन मसला अमूमन उत्थे दा उत्थे ही खड़ा है कि एक बार फिर ਵੱਖ-ਵੱਖ तरीके दे नाल जिथे मुख्यमंत्री वर्सेस सूबे के प्रधान नजर आ रहे हैं कांग्रेस के, तो दूसरे पासे हुण मैंबर पार्लीमेंट सीनियर लीडर ने रवनीत सिंह बिट्टू वो लगातार एक तो बाद एक तंज जिहड़े ने कस रहे हैं। पहला उन्होंने ट्वीट किया कि केदारनाथ समझौता टुट गया, उस तो पहला भी नवजोत सिंह सिद्धू होरां ते निशाने साधे, और हुण जिहड़ा है रवनीत सिंह बिट्टू होरां ने एक बार फिर ट्वीट करके जिहड़ा है वो निशाना नवजोत सिंह सिद्धू होरां दे उत्ते साधिया। ਬਿਲਕੁਲ, ਤਾਂ ਪੰਕਜ ਫਿਲਹਾਲ ਦੇ ਲਈ ਬਹੁਤ ਬਹੁਤ ਧੰਨਵਾਦ। ਇੱਕ ਵਾਰ ਫਿਰ ਤੋਂ ਰਵਨੀਤ ਬਿੱਟੂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇੱਕ ਤੰਜ ਭਰੇ ਲਹਿਜੇ ਦੇ ਵਿੱਚ ਟਵੀਟ ਕੀਤਾ ਗਿਆ, ਜਿਸ ਦੇ ਵਿੱਚ ਕਿਹਾ ਗਿਆ ਕਿ ਪਹਿਲਾਂ ਜਿੰਨੇ ਵੀ ਜਿਹੜੇ ਲੋਕ ਭਲਾਈ ਦੇ ਜਾਂ ਫਿਰ ਜਿਹੜੇ ਐਲਾਨ ਕਰ ਰਹੇ ਨੇ ਕੈਬਨਿਟ ਦੇ ਵੱਲੋਂ ਰਾਹਤ ਸਕੀਮਾਂ ਪੈਕੇਜ ਦਾ ਐਲਾਨ ਕਰਨਾ, ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪਹਿਲਾਂ ਖੁਸ਼ ਕਰ ਲਵੋ, ਨਹੀਂ ਤਾਂ ਫਿਰ ਨਵਜੋਤ ਸਿੰਘ ਸਿੱਧੂ ਸਰਕਾਰ ਦੇ ਉੱਪਰ, ਆਪਣੀ ਸਰਕਾਰ ਦੇ ਉੱਪਰ ਸਵਾਲ ਖੜੇ ਕਰਨਗੇ। ਤਾਂ ਇੱਥੇ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਪਰ ਤੁਸੀਂ ਬਣੇ ਰਹੋ ਸਾਡੇ ਨਾਲ।